दावा किया जा रहा है कि डिप्रैशन के जोड़े मरीज ने 20-20 सालों तो पुराने वो 5-7 दिनों के ठीक कर दिते। मुस्कुराता भारत करके एक पेज है इंस्टाग्राम के उत्ते, फेसबुक के उत्ते, जिस दे विच इन्ने पुराने जोड़े डिप्रैशन के मरीज ने, एंगजाइटी की प्रॉब्लम है लोगों के विच, उन्होंने ठीक कर दिता 5-7 दिनों के विच। ते इहदे नाल नाल जिहड़े ओपरी कसर वाले भी हुंदे ने वो भी इत्थे आके वो ठीक कर देंदे ने। लोग कहते हैं कि असीं 20 साल तो डिप्रैशन फेस कर रहे सीगे, पर तुहाडे कोल आके 5-7 दिनों के विच ठीक हो गए, या 10-12 दिनों के विच ठीक हो गए। तो ऐसी किहड़ी जादू की छड़ी है जिहड़ी तुसीं चलांदे हो, ते की गारंटी है कि बंदा ठीक ही होऊगा? ये दसो कि जो कुछ मैं पेज ते देखिया ते मैं जो देख के आई हाँ, किन्ना क सच है किन्ना क झूठ है? ਤੁਸੀਂ ਦੱਸੋ ਤੁਹਾਨੂੰ ਕਿੱਥੇ ਝੂਠ ਲੱਗਿਆ, ਆਪਾਂ ਦੱਸਦੇ ਹਾਂ ਕਿੰਨਾ ਕੁ ਸੱਚ ਹੈ ਝੂਠ ਹੈ, ਕਿਹੜੀ ਚੀਜ਼ ਤੁਹਾਨੂੰ ਝੂਠ ਲੱਗੀ ਹੈ, ਕਿੱਥੇ ਤੁਹਾਨੂੰ ਡਾਊਟ ਆ ਰਿਹਾ ਹੈ, ਪੁੱਛੋ। ਮੈਂ ਇੱਕ ਵੀਡੀਓ ਦੇਖੀ ਸੀ ਜਿੱਥੇ ਇੱਕ ਕੁੜੀ ਬਹੁਤ ਅਜੀਬ ਹਰਕਤਾਂ ਕਰ ਰਹੀ ਸੀ, ਜਿਹਨੂੰ ਅਸੀਂ ਕਹਿੰਦੇ ਓਪਰੀ ਕਸਰ ਕਹਿ ਸਕਦੇ ਹਾਂ। ਤੇ ਜਾਂਦੇ ਹੋ ਬਾਬਿਆਂ ਕੋਲ ਜਿਨ੍ਹਾਂ ਨੂੰ ਓਪਰੀ ਕਸਰ ਹੁੰਦੀ ਹੈ, ਪਰ ਤੁਸੀਂ ਇੱਥੇ ਡਿਗਰੀਆਂ ਲੈ ਕੇ ਬੈਠੇ ਹੋਏ ਹੋ, ਤਾਂ ਤੁਹਾਡੇ ਕੋਲ ਉਹ ਕੀ ਕਰਨ ਆਈ ਤੇ ਤੁਸੀਂ ਉਹਨੂੰ ਠੀਕ ਵੀ ਕਿੱਦਾਂ ਕਰ ਦਿੱਤਾ? मुझे होश भी नहीं आ रहा था, मैं चिल्ला रही थी जोर जोर से, किसी को पास भी नहीं आने दे रही थी, घबराहट थी। कितना टाइम हो गया बिल्कुल ठीक हो आप? सर अब दूसरी बार आई थी, तीसरी बार से फ़र्क आ गया, बिल्कुल ठीक थी। ਲੋਕਾਂ ਨੂੰ ਨੌਲੇਜ ਨਾ ਹੋਣ ਕਰਕੇ, ਬਹੁਤ ਪੁਰਾਣੀਆਂ ਮਾਨਤਾਵਾਂ ਚੱਲੀ ਆਣ ਕਰਕੇ ਲੋਕੀ ਇਹਨੂੰ ਬਾਬਿਆਂ ਦਾ ਕੇਸ ਮੰਨ ਲੈਂਦੇ ਆ। ਜਦੋਂ ਬਾਬਿਆਂ ਦੇ ਕੇਸ ਮੰਨਦੇ ਤਾਂ ਬਾਬਿਆਂ ਦੇ ਚੱਕਰਾਂ 'ਚ ਪੈ ਕੇ ਦੇਖੋ ਤੁਸੀਂ ਕਿੰਨੇ ਕੇਸ ਹੈ ਜਿਹੜੇ ਚੱਲੀ ਜਾ ਰਹੇ ਆ, ਐਵੇਂ ਚੱਲੀ ਜਾ ਰਹੇ ਆ। ਮੈਂ ਤਾਂ ਇਹ ਮੰਨਦਾ ਕਿ ਬਾਬਿਆਂ ਦਾ ਕੰਮ ਸਭ ਤੋਂ ਵਧੀਆ ਕੰਮ ਹੈ ਕਿ ਉਹਨਾਂ ਕੋਲ ਬੰਦਾ ਜਾਂਦਾ ਹੈ, ਨਾ ਤਾਂ ਉਹਨਾਂ ਨੂੰ ਭੂਤ ਦਿਖਾਉਣ ਦੀ ਲੋੜ ਪੈਂਦੀ ਹੈ ਵੀ ਸਾਡੇ ਕੋਲ ਕੋਈ ਆਉਂਦਾ ਅਸੀਂ ਕੋਈ ਰਿਪੋਰਟ ਕਰਾ ਕੇ ਉਹਨੂੰ ਸਬੂਤ ਦਿੰਦੇ ਹਾਂ ਵੀ ਤੈਨੂੰ ਇਹ ਬਿਮਾਰੀ ਹੈ। ਬਾਬਿਆਂ ਦੇ ਕੇਸ 'ਚ ਤਾਂ ਲੋੜ ਹੀ ਕੁਛ ਵੀ ਨਹੀਂ, ਆਪ ਹੀ ਕਹਿ ਦਿਓ ਕਿ ਜੀ ਇਹਦੇ 'ਚ ਭੂਤ ਹੈ, ਪੈਸੇ ਲੈ ਲਓ ਔਰ ਬਾਅਦ 'ਚ ਕਹਿ ਦਿਓ ਮੈਂ ਕੱਢਤਾ। ਨਾ ਤਾਂ ਭੂਤ ਪਹਿਲਾਂ ਦਾ ਕੋਈ ਸਬੂਤ, ਨਾ ਕੱਢੇ ਦਾ ਕੋਈ ਸਬੂਤ। ਜਦੋਂ ਸਾਡੇ ਕੋਲ ਪਰਸਨ ਆਉਂਦਾ ਅਸੀਂ ਦੇਖਦੇ ਹਾਂ ਵੀ ਉਹ ਹਰਕਤ ਕਰੀ ਕਿਉਂ ਜਾਂਦਾ ਹੈ, ਉਹਦੇ ਦਿਮਾਗ ਦੇ ਵਿੱਚ ਅਜੀ ਕਿਹੜੀ ਗੱਲ ਬਿਠਾਈ ਗਈ ਹੈ, ਜਾਂ ਉਹ ਕੀ ਚੀਜ਼ ਸੋਚਦਾ ਹੈ ਕਿ ਉਹਦਾ ਮਾਈਂਡ ਜੋ ਹੈ ਉਹ ਆਪਦੇ ਆਪ ਨੂੰ ਭੂਤ ਮੰਨਣ ਲੱਗ ਗਿਆ। ਜਦੋਂ ਆਪਾਂ ਉਹ ਗੱਲ ਨੂੰ ਫੜ ਲੈਂਦੇ ਹਾਂ, ਠੀਕ ਹੈ, ਫਿਰ ਬੱਚੇ ਨੂੰ ਸਮਝਾਇਆ ਜਾਂਦਾ ਹੈ, ਜਾਂ ਇਹਨੂੰ ਸਮਝਾਉਣ ਦੀ ਬਹੁਤ ਸਾਰੀ ਵਿਦਿਆਵਾਂ ਹੁੰਦੀਆਂ। ਵਿਦਿਆਵਾਂ ਦਾ ਮਤਲਬ ਹੈ ਕਿ ਮਨੋਵਿਗਿਆਨਿਕ ਸਾਇੰਸ ਹੁੰਦੀ ਹੈਗੀ ਹੈ। ਜਦੋਂ ਉਹ ਚੀਜ਼ ਉਹਨੂੰ ਸਮਝਾਈ ਜਾਂਦੀ ਹੈ ਜਾਂ ਉਹ ਟੈਕਨੀਕਸ ਲਗਾਈ ਜਾਂਦੀ ਹੈ ਤਾਂ ਉਹਨੂੰ ਹੌਲੀ ਹੌਲੀ ਹੋਸ਼ ਆਉਣ ਲੱਗ ਜਾਂਦਾ, ਉਹਨੂੰ ਸੱਚ ਪਤਾ ਲੱਗਣ ਲੱਗ ਜਾਂਦਾ ਹੈ। ਜਦੋਂ ਉਹ ਪੇਸ਼ੈਂਟ ਉਸ ਚੀਜ਼ ਨੂੰ ਸਮਝ ਜਾਂਦਾ, ਉਹਦਾ ਮਾਈਂਡ ਸਮਝ ਜਾਂਦਾ ਕਿ ਕੁਝ ਵੀ ਨਹੀਂ ਹੈ, ਸਿਰਫ ਮੇਰੇ ਵਹਿਮ ਸੀਗੇ ਔਰ ਮੇਰਾ ਮਾਈਂਡ ਕਿਵੇਂ ਕੰਮ ਕਰੀ ਜਾਂਦਾ, ਉਹ ਠੀਕ ਹੋ ਜਾਂਦਾ, ਉਹਦਾ ਭੂਤ ਨਿਕਲ ਜਾਂਦਾ। ਜਿਹੜਾ ਪ੍ਰੋਫੈਸ਼ਨਲ ਸਾਈਕੋਲੋਜੀ ਦੀ ਡਿਗਰੀ ਲਈ ਹੋਈ ਹੈ, ਪਰ ਜਿਵੇਂ ਕਹਿ ਸਕਦੇ ਹਾਂ ਆਪਾਂ ਕਿ ਮੈਂ ਵੀਡੀਓ ਦੇਖੀ ਜਿਸ ਦੇ ਵਿੱਚ ਤੁਸੀਂ ਕੀ ਕਰ ਰਹੇ ਸੀ, ਇੱਕ ਕੁੜੀ ਦਾ ਮੂੰਹ ਵਿੰਗਾ ਸੀ, ਤੁਸੀਂ ਉਹ ਸਿੱਧਾ ਵੀ ਕਰਤਾ, ਤੇ ਇੱਕ ਕੁੜੀ ਅਜੀਬ ਹਰਕਤਾਂ ਕਰ ਰਹੀ ਸੀ, ਤੁਸੀਂ ਉਹਨੂੰ ਵੀ ਸਹੀ ਕਰਤਾ। ਕੁੜੀ ਡਿਪਰੈਸ਼ਨ 'ਚ ਸੀ, ਉਹ ਤਾਂ ਚਲੋ ਤੁਸੀਂ ਕੰਮ, ਤੁਹਾਡੀ ਪੜ੍ਹਾਈ ਹੈ, ਤਾਂ ਪੜ੍ਹਾਈ ਤੁਸੀਂ ਇਹ ਕੀਤੀ ਹੈ, ਕੰਮ ਤੁਸੀਂ ਸਾਰੇ ਕਰੇ ਫਿਰਦੇ ਹੋ। ਤੁਸੀਂ ਪੁੱਛਿਆ ਕਿ ਲੋਕੀ ਇੰਨੇ ਸਾਲਾਂ ਤੋਂ ਦਵਾਈਆਂ ਲੈ ਰਹੇ ਹੈ, ਉਹ ਠੀਕ ਨਹੀਂ ਹੋ ਰਹੇ, ਤੁਹਾਡੇ ਕੋਲ ਕਿਉਂ ਠੀਕ ਹੋ ਗਏ? ਐਸਾ ਦਾ ਸਭ ਤੋਂ ਵੱਡਾ ਰਾਜ ਕੀ ਹੈ ਕਿ ਉਹ ਜਿਹੜੇ ਦਵਾਈਆਂ ਲੈ ਰਹੇ ਹੈ ਉਹ ਸਿਰਫ ਮਾਈਂਡ ਦੇ ਕੈਮੀਕਲ ਦੀ ਦਵਾਈਆਂ ਲੈ ਰਹੇ ਹੈ, ਠੀਕ ਹੈ। ਹੁਣ ਜਦੋਂ ਕੈਮੀਕਲ ਉਹਨਾਂ ਨੂੰ ਮਿਲਦਾ ਥੋੜਾ ਜਿਹਾ ਰਿਲੀਫ ਫੀਲ ਕਰਦਾ ਹੈ। ਜਦੋਂ ਸਾਡੇ ਕੋਲ ਉਹ ਆਉਂਦਾ ਬੰਦਾ, ਅਸੀਂ ਇਹ ਜਿਹੜੀ ਨੈਗੇਟਿਵ ਥਿੰਕਿੰਗ ਦਿਮਾਗ 'ਚ ਚੱਲ ਰਹੀ, ਅਸੀਂ ਇਹਦੇ 'ਤੇ ਕੰਮ ਕਰਦੇ ਹਾਂ। ਜਿਵੇਂ ਹੀ ਉਹਨੂੰ ਸਿਖਾਇਆ ਜਾਂਦਾ ਵੀ ਤੁਸੀਂ ਕਿਵੇਂ ਆਪਦੇ ਮਾਈਂਡ ਨੂੰ ਰਿਲੈਕਸ ਕਰ ਸਕਦੇ ਹੋ, ਕਿਵੇਂ ਓਵਰ ਥਿੰਕਿੰਗ ਨੂੰ ਘਟਾ ਸਕਦੇ ਹੋ, ਨੈਗੇਟਿਵ ਥਿੰਕਿੰਗ ਨੂੰ ਕਿਵੇਂ ਘਟਾ ਸਕਦੇ ਹੋ। ਜਦੋਂ ਬੰਦਾ ਇਸ ਚੀਜ਼ਾਂ ਨੂੰ ਸਿੱਖਦਾ ਹੈ, ਮਨ ਨੂੰ ਸ਼ਾਂਤ ਕਰਨਾ ਸਿੱਖਦਾ ਹੈ, ਇਹ ਸਾਰੀਆਂ ਗੱਲਾਂ ਸਿੱਖਦਾ ਹੈ, ਤੇ ਉਹਦੀ ਜਿਹੜੀ ਓਵਰ ਥਿੰਕਿੰਗ ਹੈ, ਚਾਹੇ ਉਹ ਪਾਸਟ ਬਾਰੇ ਹੈ ਚਾਹੇ ਫਿਊਚਰ ਬਾਰੇ ਹੈ, ਇਹ ਘਟਣੀ ਸ਼ੁਰੂ ਹੋ ਜਾਂਦੀ ਹੈ। ਹੱਥ ਪੈਰ ਸੁੰਨੋ ਕੇ ਮੁੜ ਜਾਂਦੇ ਸੀਗੇ, ਮੈਨੂੰ ਐਂ ਲੱਗਦਾ ਜਿਵੇਂ ਮੇਰੀ ਛਾਤੀ ਦੇ ਉੱਪਰ ਕੋਈ ਬੈਠਾ ਹੈ। 5 ਲੱਖ ਤਾਂ ਇੱਕਦਮ ਐਂ ਖੜ ਜਾਣੀਆਂ, ਰੁਕ ਜਾਣਾ, ਸਾਹ ਤੇ ਦਮ ਆਉਣਾ ਔਖਾ ਹੋਣਾ, ਇਸ ਤਰ੍ਹਾਂ ਦਾ ਫੀਲ ਹੋ ਰਿਹਾ ਸੀਗਾ। ਅਤੇ ਡਰ ਵੀ ਸੀਗਾ ਵੀ ਜਿਵੇਂ ਪਿੱਛੇ ਕੋਈ ਮੇਰੇ ਖੜ੍ਹਾ ਹੁੰਦਾ ਜਾਂ ਮੈਨੂੰ ਕੋਈ ਪਕੜ ਲੈਂਦਾ, ਕੱਸ ਕੇ ਪਕੜ ਲੈਂਦਾ ਹੈਗਾ, ਇਸ ਤਰ੍ਹਾਂ ਦਾ ਮੈਨੂੰ ਪ੍ਰੋਬਲਮ ਸੀਗੀ। ਪਰ ਜਦੋਂ ਮੈਂ ਤੁਹਾਡੇ ਨਾਲ ਆ ਕੇ ਗੱਲ ਕੀਤੀ ਆ, ਉਸ ਤਰ੍ਹਾਂ ਮੈਨੂੰ ਮਹਿਸੂਸ ਹੋਇਆ ਹਾਂ ਵੀ ਮੈਂ ਠੀਕ ਹੋ ਸਕਦਾ। ਪਰ ਮੈਂ ਥੋੜ੍ਹੇ 3 ਦਿਨਾਂ ਬਾਅਦ ਮੈਂ ਆਪਣਾ ਬਿਲਕੁਲ ਆਪਦਾ ਸੁਧਾਰ ਪਾ ਲਿਆ, ਠੀਕ ਹੋ ਗਿਆ। ਮੰਨ ਲਓ ਜੀ ਤੁਹਾਡੀ ਗੱਡੀ ਰਾਸਤੇ 'ਚ ਖਰਾਬ ਹੋ ਗਈ, ਠੀਕ ਹੈ, ਔਰ ਮਜਬੂਰੀ 'ਚ ਤੁਸੀਂ ਕੀ ਕਰੋਗੇ? ਇੱਕ ਟੋਚਨ ਦਾ ਸਹਾਰਾ ਲੈ ਲਓਗੇ, ਕਿਸੇ ਦੂਜੀ ਗੱਡੀ ਦਾ ਸਹਾਰਾ ਲੈ ਲਓਗੇ। ਇਹ ਗਲਤ ਹੈ ਕਿ ਸਹੀ ਹੈ? ਸਹਾਰਾ ਲੈਣਾ ਪੈਣਾ, ਗਲਤ ਕੁਝ ਵੀ ਨਹੀਂ ਹੈ। ਸਹਾਰਾ ਲੈਣ ਤੋਂ ਬਾਅਦ ਤੁਸੀਂ ਸੋਚੋ ਕਿ ਯਾਰ ਕੰਮ ਤਾਂ ਵਧੀਆ, ਪੈਟਰੋਲ ਵੀ ਨਹੀਂ ਲੱਗੀ ਜਾਂਦਾ, ਤੇ ਆਪਾਂ ਐਂ ਸਾਰ ਲੈਂਦੇ ਹਾਂ, ਗੱਡੀ ਅੱਗੇ ਲਾਈ ਰੱਖਦੇ ਹਮੇਸ਼ਾ। ਇਹ ਸਹੀ ਹੈ ਕਿ ਗਲਤ ਹੈ? ਇਹ ਗਲਤ ਹੈ। ਸਹਾਰਾ ਲੈਣਾ ਗਲਤ ਨਹੀਂ ਸੀ, ਜ਼ਿੰਦਗੀ ਭਰ ਉਸੇ ਸਹਾਰੇ ਦੇ ਨਾਲ ਚੱਲਣਾ ਗਲਤ ਹੈ। ਬਿਲਕੁਲ ਐਸੇ ਤਰ੍ਹਾਂ ਨਾਲ ਅਗਰ ਜ਼ਿੰਦਗੀ 'ਚ ਕੋਈ ਤਕਲੀਫ ਆਈ ਹੈ, ਡਿਪਰੈਸ਼ਨ ਦੀ ਕੋਈ ਤਕਲੀਫ ਹੈ, ਫਿਊਚਰ ਦਾ ਡਰ ਲੱਗਦਾ ਹੈ, ਉਸ ਕੰਡੀਸ਼ਨ 'ਚ ਦਵਾਈ ਲੈਣਾ ਗਲਤ ਨਹੀਂ ਹੈ, ਠੀਕ ਹੈ। ਕਦੇ ਵੀ ਦਵਾਈ ਲੈਣਾ ਗਲਤ ਨਹੀਂ ਹੈ, ਲੇਕਿਨ ਉਸ ਦਵਾਈ ਦੇ ਸਹਾਰੇ ਹੋ ਜਾਣਾ, ਮਤਲਬ ਆਪਦੇ 'ਚ ਸੁਧਾਰ ਨਾ ਕਰਨਾ। ਮੰਨ ਲਓ ਤੁਹਾਡੀ ਗੱਡੀ ਖਰਾਬ ਹੋਈ ਹੈ,
ਗੱਡੀ ਖਰਾਬ ਹੋਣ ਤੋਂ ਬਾਅਦ ਆਪਾਂ ਗੱਡੀ ਨੂੰ ਸੁਧਾਰ ਕਰਾਂਗੇ ਤਾਂ ਕਿ ਆਪਾਂ ਆਪਦੇ ਗੱਡੀ ਨੂੰ ਆਪਦੇ ਵਾਸਤੇ ਚਲਾ ਸਕੀਏ। ਠੀਕ ਹੈ, ਬਿਲਕੁਲ ਐਸੇ ਤਰੀਕੇ ਨਾਲ ਜਦੋਂ ਆਪਣੇ ਦਿਮਾਗ ਦੇ ਵਿੱਚ ਕੋਈ ਗੱਲਾਂ ਚਲੀ ਗਈਆਂ ਔਰ ਆਪਾਂ ਨੂੰ ਘਬਰਾਹਟ ਹੋ ਰਹੀ ਹੈ, ਪਰੇਸ਼ਾਨੀ ਆ ਰਹੀ ਹੈ, ਤਾਂ ਆਪਣਾ ਫਰਜ਼ ਬਣਦਾ ਹੈ ਕਿ ਇੱਕ ਵਾਰੀ ਅਗਰ ਦਵਾਈ ਦੀ ਲੋੜ ਹੈ ਆਪਾਂ ਦਵਾਈ ਲਈਏ। ਲੇਕਿਨ ਆ ਜਿਹੜਾ ਸੋਚਣ ਦਾ ਤਰੀਕਾ ਹੈ ਜਿਸ ਕਰਕੇ ਆਪਾਂ ਵਾਰੀ-ਵਾਰੀ ਬਿਮਾਰ ਹੋ ਹੀ ਜਾਂਦੇ ਹਾਂ। ਅੱਜ ਦਵਾਈ ਲਿੱਤੀ, ਆਪਾਂ ਥੋੜ੍ਹਾ ਜਿਹਾ ਵਧੀਆ ਫੀਲ ਹੋਇਆ, ਲੇਕਿਨ ਆਪਾਂ ਸੋਚਣ ਦਾ ਤਰੀਕਾ ਤਾਂ ਠੀਕ ਹੀ ਨਹੀਂ ਕਰਿਆ। ਇਹ ਸੋਚਣ ਦਾ ਤਰੀਕਾ ਠੀਕ ਨਾ ਹੋਣ ਕਰਕੇ ਆਪਾਂ ਨੂੰ ਦੁਬਾਰਾ ਤੋਂ ਬਿਮਾਰ ਕਰ ਦਿੰਦਾ। 70 ਤੋਂ 80% ਲੋਕਾਂ ਨੂੰ ਨੀਂਦ ਦੀ ਦਵਾਈ ਦੀ ਲੋੜ ਹੀ ਨਹੀਂ ਹੈ। ਕਿਉਂ ਨਹੀਂ ਹੈ? ਜਿਨ੍ਹਾਂ ਨੂੰ ਦਿੱਕਤ ਆ ਰਹੀ ਹੈ ਨੀਂਦ ਦੀ, ਉਹਨਾਂ ਨੂੰ ਪਰੇਸ਼ਾਨੀ ਇਹ ਕਿ ਜਦੋਂ ਰਾਤੀ ਸੌਣ ਜਾਂਦੇ ਹੈ ਉਸ ਟਾਈਮ ਉਹਨਾਂ ਦੇ ਦਿਮਾਗ 'ਚ ਗੱਲਾਂ ਚੱਲਦੀਆਂ ਰਹਿੰਦੀਆਂ। ਅਗਰ ਉਸ ਟਾਈਮ ਉਹਨਾਂ ਗੱਲਾਂ ਨੂੰ ਸੰਭਾਲਣਾ ਸਿੱਖ ਜਾਣ, ਉਹ ਜਿਹੜੇ ਦਿਮਾਗ 'ਚ ਥੋਟ ਚੱਲ ਰਹੇ ਆ ਉਹਨਾਂ ਨੂੰ ਸ਼ਾਂਤ ਕਰਨਾ ਸਿੱਖ ਜਾਣ, तो उन्होंने नींद की दवाई की लोड़ नहीं। पहले बार जब मैं बीमार थी तो मेरा सिर में बहुत ज़्यादा दर्द होता था, आइज़ में काफ़ी पेन होता था, माउथ की शिवरिंग होती थी, लेग्स में पेन होता था और डिप्रेशन जैसे फील होने लग गया था। ये था कि ऐसी ही रहूँगी बस मैं अब हमेशा के लिए। पर फिर जब मैंने सर से काउंसलिंग ली तो मुझे काफ़ी सारी चीज़ें सीखने को मिली, जैसे नेगेटिव माइंड से कैसे बचना है, पॉजिटिव कैसे रहना है, प्रॉब्लम्स जब लाइफ में आती हैं तो कैसे उनसे डील करना है, वो सब इन्होंने सिखाया। इन्होंने एक्सरसाइज बताई, वो मैंने की, सारा कुछ किया जो भी इन्होंने बोला। तो उसके बाद मैं बिल्कुल ठीक हूँ, सारी लेग्स में पेन दूर है, कुछ भी नहीं होता, सिर भी बिल्कुल ठीक है। देखते हैं कि जो डिप्रैशन का ट्रीटमेंट होंदा है या एंगजाइटी का होंदा है वो बहुत महंगा होंदा है, हर कोई अफोर्ड नहीं कर सकता। ਤੁਹਾਡੇ ਕੋਲ ਜਿਹੜਾ ਟ੍ਰੀਟਮੈਂਟ ਲੈਣ ਆਂਦਾ ਉਹ ਕਿੰਨੇ ਕੁ ਖਰਚਾ ਆਂਦਾ ਹੋਊਗਾ, ਕੁਝ ਐਸਟੀਮੇਟ ਹੋਵੇ ਜਾਂ ਕਿੱਦਾਂ ਕੀ ਕਰਦੇ ਹੋ ਤੁਸੀਂ? ਕਿ ਜੇ ਮੈਂ ਦੇਖੇ ਜ਼ਿਆਦਾਤਰ ਬਹੁਤ ਪੂਅਰ ਫੈਮਲੀਜ਼ ਤੋਂ ਆ ਰਹੇ ਨੇ। ਮੈਂ ਆਪਦੇ ਸਾਰੇ ਕੋਰਸ ਨੂੰ ਇੱਕ ਕੋਰਸ ਦੇ ਰੂਪ 'ਚ ਬਣਾਇਆ ਵੀ ਜਿਸ ਨਾਲ ਕੋਈ ਵੀ ਪਰਸਨ ਘਰੇ ਬੈਠ ਕੇ ਬਹੁਤ ਨੋਮੀਨਲ ਜੀ ਫੀਸ 1000, 1500, 700, 800 ਮਤਲਬ ਇੱਕ ਨੋਰਮਲ ਜੀ ਫੀਸ 'ਤੇ ਅਸੀਂ ਉਹਨਾਂ ਨੂੰ ਇੱਕ ਕੋਰਸ ਦਿੰਦੇ ਹਾਂ। ਠੀਕ ਹੈ, ਜਿਸ ਦਾ ਕੋਰਸ ਦਾ ਕੀ ਹੁੰਦਾ ਕਿ ਉਹਨੇ ਘਰੇ ਬੈਠ ਕੇ ਕਰਨਾ ਹੈ, ਆਨਲਾਈਨ ਕਰਨਾ ਹੈ, ਔਰ ਉਸ ਨੂੰ ਕਰਨ ਤੋਂ ਬਾਅਦ ਅਗਰ ਉਹਨੂੰ ਫਾਇਦਾ ਨਹੀਂ ਹੁੰਦਾ, ਬਾਅਦ ਦਾ ਮਤਲਬ ਹੈ ਕਿ ਅਸੀਂ 10 ਕਲਾਸਾਂ ਦਾ ਕੋਰਸ ਦਿੰਦੇ ਹਾਂ, ਪਹਿਲਾ ਕੋਰਸ 10 ਕਲਾਸਾਂ ਦਾ ਦਿੰਦੇ ਹਾਂ। ਅਗਰ ਉਹਨੂੰ ਪਹਿਲੇ 5 ਕਲਾਸਾਂ 'ਚ ਫਾਇਦਾ ਨਹੀਂ ਹੁੰਦਾ ਤੇ ਉਹ ਜਿਹੜੇ ਉਹਨੇ ਛੋਟੀ ਮੋਟੀ ਫੀਸ ਦਿੱਤੀ ਜੋ ਵੀ ਹੈ ਉਹ ਟਾਈਮ ਟੂ ਟਾਈਮ ਚੇਂਜ ਹੁੰਦੀ ਰਹਿੰਦੀ ਹੈ, ਦੇਖੋ ਜ਼ਰੂਰਤਾਂ ਦੇ ਹਿਸਾਬ ਨਾਲ, ਕੋਰਸ ਦੇ ਹਿਸਾਬ ਨਾਲ ਚੇਂਜ ਹੁੰਦੀ ਰਹਿੰਦੀ ਹੈ। ਠੀਕ ਹੈ, ਉਹਨੇ ਜਿਹੜੀ ਫੀਸ ਦਿੱਤੀ ਉਹ ਵੀ ਉਹ ਵਾਪਸ ਲੈ ਸਕਦਾ ਹੈ। ਜੇ ਇਲਾਜ ਨਹੀਂ ਹੋਇਆ ਤਾਂ ਪੈਸੇ ਵਾਪਸ, ਇਹ ਸਕੀਮ ਹੈ ਜੀ। ਹਾਂ, ਇਹ ਤੁਸੀਂ ਕਹਿ ਸਕਦੇ ਹੋ। ਦੇਖੋ ਕੀ ਚੀਜ਼ ਹੁੰਦੀ, ਮੈਂ ਇੱਕ ਗੱਲ ਦੱਸਦਾ। ਅੱਜ ਮੰਨ ਲਓ ਸਾਡੇ ਬਾਰੇ ਲੋਕੀ ਸੁਣ ਰਹੇ ਆ, ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਵੀ ਸਾਡੇ ਕੋਲ ਲੋਕ ਠੀਕ ਹੋ ਰਹੇ ਆ। ਹੁਣ ਕੀ ਹੁੰਦਾ ਕਿ ਸਾਡੇ ਕੋਲ ਕੋਈ ਇਨਸਾਨ ਆ ਗਿਆ, ਠੀਕ ਹੈ, ਸਾਡੇ ਕੋਲ 100 ਲੋਕ ਆਏ, ਉਹਨਾਂ 'ਚ ਮੰਨ ਲਓ 70 ਲੋਕ ਠੀਕ ਹੋ ਗਏ, ਉਹ 30 ਲੋਕਾਂ ਦਾ ਕੀ ਜਿਹੜੇ ਠੀਕ ਨਹੀਂ ਹੋਏ? ਉਹਨਾਂ ਨੂੰ ਲੱਗੂਗਾ ਕਿ ਉਹ ਤਾਂ ਇਹੀ ਕਹਿਣਗੇ ਵੀ ਸਾਡੇ ਨਾਲ ਫਰੋਡ ਹੋ ਗਿਆ ਜੀ, ਝੂਠ ਹੋ ਗਿਆ, ਸਾਨੂੰ ਠੀਕ ਨਹੀਂ ਕਰਿਆ। ਇਸ ਕਰਕੇ ਅਸੀਂ ਕੀ ਕਰਿਆ ਕਿ ਦੇਖੋ ਵੀ ਅਸੀਂ ਰੱਬ ਤਾਂ ਹੈ ਨਹੀਂ ਵੀ ਅਸੀਂ 100 ਦੇ 100 ਲੋਕਾਂ ਨੂੰ ਠੀਕ ਕਰ ਦਾਂਗੇ, ਲੇਕਿਨ ਸਾਨੂੰ ਇਹ ਪਤਾ ਹੈ ਕਿ 60-70% ਲੋਕ, 80% ਲੋਕ ਸਾਡੇ ਕੋਰਸ ਨਾਲ ਠੀਕ ਹੋ ਸਕਦੇ ਹੈ। ਲੇਕਿਨ ਹੁਣ ਆਪਾਂ ਨੂੰ ਕੀ ਪਤਾ ਕਿ ਕੌਣ ਠੀਕ ਹੋ ਸਕਦਾ, ਕੌਣ ਨਹੀਂ ਹੋ ਸਕਦਾ? ਇਹ ਤਾਂ ਕੋਰਸ ਲੈਣ ਤੋਂ ਬਾਅਦ ਹੀ ਪਤਾ ਲੱਗੂਗਾ। ਇਸ ਕਰਕੇ ਅਸੀਂ ਕੋਰਸ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕਰਿਆ ਕਿ ਦੇਖੋ ਤੁਸੀਂ 5 ਕਲਾਸਾਂ ਲਾਓ, 5 ਕਲਾਸਾਂ ਲਾਉਣ ਦੇ ਵਿੱਚ ਤੁਹਾਨੂੰ ਅਗਰ ਇੰਪਰੂਵਮੈਂਟ ਲੱਗਦਾ, ਤੁਹਾਨੂੰ ਲੱਗਦਾ ਵੀ ਮੈਨੂੰ ਪਹਿਲਾਂ ਨਾਲੋਂ 20%, 50%, 60% ਇੰਪਰੂਵਮੈਂਟ ਹੈ ਤੇ ਤੁਸੀਂ ਕੋਰਸ ਪੂਰਾ ਕਰ ਲਓ। ਜੇ ਤੁਹਾਨੂੰ ਲੱਗਦਾ ਵੀ ਮੈਂ ਗਲਤੀ ਨਾਲ ਕੋਰਸ ਜੁਆਇਨ ਕਰ ਲਿਆ, ਮੈਨੂੰ ਫਾਇਦਾ ਨਹੀਂ ਹੋ ਰਿਹਾ ਜਾਂ ਮੇਰੀ ਬਿਮਾਰੀ ਦਾ ਇਲਾਜ ਇੱਥੇ ਹੈ नहीं, तो तुसी आधी पेमेंट वापस ले सकते हो। सर मेरे को बहुत फर्क पड़ गया, बहुत ज़्यादा। मैं कह रहा हूँ मेरा बिल्कुल ओके हुआ मैं, क्योंकि मेरे घर वालों को फील होता है कि हाँ पहले मैं ऐसे जब जाता था मुरझा गया या लेट गया या कुछ भी, अब हर टाइम स्माइल है फेस, काम करने का दिल नहीं करता था, काम अब उल्टा ये सोचता हूँ बहाना नहीं बनाना, काम करना है, जो भी है ठीक है। ਪੰਜਾਬ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਵਿਸ਼ਾਲੀ ਸ਼ਰਮਾ। ਇੱਕ ਪੇਜ ਬੜਾ ਹੀ ਵਾਇਰਲ ਹੋ ਰਿਹਾ ਫੇਸਬੁੱਕ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ, ਜਿਸ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਕਿ ਡਿਪਰੈਸ਼ਨ ਦੇ ਜਿਹੜੇ ਮਰੀਜ਼ ਨੇ 20-20 ਸਾਲਾਂ ਤੋਂ ਪੁਰਾਣੇ, ਉਹ 5-7 ਦਿਨਾਂ ਦੇ ਵਿੱਚ ਠੀਕ ਕਰ ਦਿੱਤੇ। ਮੁਸਕਰਾਤਾ ਭਾਰਤ ਕਰਕੇ ਇੱਕ ਪੇਜ ਹੈ ਇੰਸਟਾਗ੍ਰਾਮ ਦੇ ਉੱਤੇ, ਫੇਸਬੁੱਕ ਦੇ ਉੱਤੇ, ਜਿਸ ਦੇ ਵਿੱਚ ਇੰਨੇ ਪੁਰਾਣੇ ਜਿਹੜੇ ਡਿਪਰੈਸ਼ਨ ਦੇ ਮਰੀਜ਼ ਨੇ, ਐਂਗਜ਼ਾਇਟੀ ਦੀ ਪ੍ਰੋਬਲਮ ਹੈ ਲੋਕਾਂ ਦੇ ਵਿੱਚ, ਉਹਨਾਂ ਨੂੰ ਠੀਕ ਕਰ ਦਿੱਤਾ 5-7 ਦਿਨਾਂ ਦੇ ਵਿੱਚ। ਤੇ ਇਹਦੇ ਨਾਲ ਨਾਲ ਜਿਹੜੇ ਓਪਰੀ ਕਸਰ ਵਾਲੇ ਵੀ ਹੁੰਦੇ ਨੇ ਉਹ ਵੀ ਇੱਥੇ ਆ ਕੇ ਉਹ ਠੀਕ ਕਰ ਦਿੰਦੇ ਨੇ। ਇਸ ਚੀਜ਼ ਦੇ ਬਾਰੇ ਜਾਣਨ ਦੇ ਲਈ ਅੱਜ ਅਸੀਂ ਇੱਥੇ ਪਹੁੰਚੇ ਹਾਂ ਕਿ ਕੀ ਕਰਦੇ ਕੀ ਨੇ। ਪਹਿਲਾਂ ਤਾਂ ਲੋਕੇਸ਼ਨ ਦੱਸ ਦਈਏ ਸਭ ਤੋਂ ਪਹਿਲਾਂ ਕਿ ਜਿਹੜੀ ਡਾਬਾ ਵਾਲੀ ਰੋਡ, ਡਾਬਾ ਵਾਲਾ ਇਲਾਕਾ ਆ, ਜਿਹੜਾ ਡਾਬਾ ਵਾਲੀ
ਬਠਿੰਡੇ ਦੇ ਕੋਲ ਬਠਿੰਡੇ ਰੋਡ ਦੇ ਉੱਤੇ ਇੱਕ ਬਾਂਸਲ ਹਸਪੀਟਲ ਹੈ, ਉਸ ਦੇ ਵਿੱਚ ਜਿਹੜਾ ਮੁਸਕਰਾਤਾ ਭਾਰਤ ਹੈ ਉਹਨਾਂ ਦੇ ਜਿਹੜੇ ਚਲਾਉਂਦੇ ਨੇ ਪੇਜ ਨੂੰ, ਉਹ ਬੈਠੇ ਹੋਏ ਨੇ। ਅੱਜ ਅਸੀਂ ਉਹਨਾਂ ਦੇ ਕੋਲ ਆ ਗਏ ਹਾਂ, ਗੱਲਬਾਤ ਕਰਦੇ ਹਾਂ। ਆਓ ਤੁਹਾਨੂੰ ਵੀ ਲੈ ਕੇ ਚੱਲੀਏ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਲੋਕਾਂ ਨੂੰ ਟ੍ਰੀਟਮੈਂਟ ਦਿੱਤਾ ਜਾਂਦਾ ਆ। ਹੈਗੇ ਤਾਂ ਇੱਥੇ ਇਲਾਜ ਕਰਨ ਨੂੰ ਬੈਠੇ ਨੇ ਉਹ, ਪਰ ਕੰਮ ਬਾਬਿਆਂ ਵਾਲੇ ਨੇ। ਗੱਲਬਾਤ ਕਰਦੇ ਹਾਂ ਇੱਥੇ ਦੇ ਜਿਹੜੇ ਆਪਾਂ ਦੇਖਦੇ ਹਾਂ ਪੇਜ ਦੇ ਉੱਤੇ ਜਿਹੜੇ ਬੈਠੇ ਹੁੰਦੇ ਨੇ। ਸਤਿ ਸ਼੍ਰੀ ਅਕਾਲ, ਕਿਵੇਂ ਹੋ? ਵਧੀਆ ਜੀ, ਵਧੀਆ, ਬੈਠੋ। ਥੈਂਕ ਯੂ। ਲਵਨੀਸ਼ ਮਿੱਤਲ ਜੀ, ਠੀਕ ਹੈ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਠੀਕ ਅਕਾਲ ਹੋ? ਜੀ, ਬਿਲਕੁਲ ਵਧੀਆ, ਬੈਠੋ ਜੀ। ਥੈਂਕ ਯੂ, ਥੈਂਕ ਯੂ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜੋ ਕੁਝ ਮੈਂ ਪੇਜ ਤੇ ਦੇਖਿਆ ਤੇ ਮੈਂ ਜੋ ਦੇਖ ਕੇ ਆਈ ਹਾਂ, ਕਿੰਨਾ ਕੁ ਸੱਚ ਹੈ, ਕਿੰਨਾ ਕੁ ਝੂਠ ਹੈ? ਤੁਸੀਂ ਦੱਸੋ, ਤੁਹਾਨੂੰ ਕਿੱਥੇ ਝੂਠ ਲੱਗਿਆ ਹੈ, ਆਪਾਂ ਦੱਸਦੇ ਹਾਂ ਕਿੰਨਾ ਕੁ ਸੱਚ ਝੂਠ ਹੈ। ਕਿਹੜੀ ਚੀਜ਼ ਤੁਹਾਨੂੰ ਝੂਠ ਲੱਗੀ ਹੈ, ਕਿੱਥੇ ਤੁਹਾਨੂੰ ਡਾਊਟ ਆ ਰਿਹਾ ਹੈ, ਪੁੱਛੋ। ਮੈਂ ਇੱਕ ਵੀਡੀਓ ਦੇਖੀ ਸੀ ਜਿੱਥੇ ਇੱਕ ਕੁੜੀ ਬਹੁਤ ਅਜੀਬ ਹਰਕਤਾਂ ਕਰ ਰਹੀ ਸੀ, ਜਿਹਨੂੰ ਅਸੀਂ ਕਹਿੰਦੇ ਹਾਂ ਓਪਰੀ ਕਸਰ ਕਹਿ ਸਕਦੇ ਹਾਂ। ਤੇ ਜਾਂਦੇ ਹੋ ਬਾਬਿਆਂ ਕੋਲ ਹੈ ਜਿਨ੍ਹਾਂ ਨੂੰ ਓਪਰੀ ਕਸਰ ਹੁੰਦੀ ਹੈ, ਪਰ ਤੁਸੀਂ ਇੱਥੇ ਡਿਗਰੀਆਂ ਲੈ ਕੇ ਬੈਠੇ ਹੋਏ ਹੋ, ਤਾਂ ਤੁਹਾਡੇ ਕੋਲ ਉਹ ਕੀ ਕਰਨ ਆਈ ਤੇ ਤੁਸੀਂ ਉਹਨੂੰ ਠੀਕ ਵੀ ਕਿੱਦਾਂ ਕਰ ਦਿੱਤਾ? ਦੇਖੋ ਜੀ, ਇੰਝ ਹੈ ਕਿ ਬਹੁਤ ਸਾਰੇ ਲੋਕ ਜਾਣਦੇ ਆ ਇਸ ਚੀਜ਼ ਨੂੰ ਕਿ ਇਹ ਜਿਹੜੀ ਸਮੱਸਿਆਵਾਂ ਹੁੰਦੀ ਹੈ ਇਹ ਵਾਸਤਵਿਕਤਾ 'ਚ ਇਹ ਮਾਨਸਿਕ ਸਮੱਸਿਆਵਾਂ ਹੁੰਦੀਆਂ, ਲੇਕਿਨ ਲੋਕਾਂ ਨੂੰ ਨੌਲੇਜ ਨਾ ਹੋਣ ਕਰਕੇ, ਬਹੁਤ ਪੁਰਾਣੀਆਂ ਮਾਨਤਾਵਾਂ ਚੱਲੀ ਆਉਣ ਕਰਕੇ ਲੋਕੀ ਇਹਨੂੰ ਬਾਬਿਆਂ ਦਾ ਕੇਸ ਮੰਨ ਲੈਂਦੇ ਆ। ਜਦੋਂ ਬਾਬਿਆਂ ਦੇ ਕੇਸ ਮੰਨਦੇ ਹੋ ਤਾਂ ਬਾਬਿਆਂ ਦੇ ਚੱਕਰਾਂ 'ਚ ਪੈ ਕੇ ਦੇਖੋ ਤੁਸੀਂ ਕਿੰਨੇ ਕੇਸ ਹੈ ਜਿਹੜੇ ਚੱਲੀ ਜਾ ਰਹੇ ਆ, ਐਵੇਂ ਚੱਲੀ ਜਾ ਰਹੇ ਆ। ਮੈਂ ਤਾਂ ਇਹ ਮੰਨਦਾ ਕਿ ਬਾਬਿਆਂ ਦਾ ਕੰਮ ਸਭ ਤੋਂ ਵਧੀਆ ਕੰਮ ਹੈ ਕਿ ਉਹਨਾਂ ਕੋਲ ਬੰਦਾ ਜਾਂਦਾ ਹੈ, ਨਾ ਤਾਂ ਉਹਨਾਂ ਨੂੰ ਭੂਤ ਦਿਖਾਉਣ ਦੀ ਲੋੜ ਪੈਂਦੀ ਹੈ ਵੀ ਸਾਡੇ ਕੋਲ ਕੋਈ ਆਉਂਦਾ ਅਸੀਂ ਕੋਈ ਰਿਪੋਰਟ ਕਰਾ ਕੇ ਉਹਨੂੰ ਸਬੂਤ ਦਿੰਦੇ ਹਾਂ ਵੀ ਤੈਨੂੰ ਇਹ ਬਿਮਾਰੀ ਹੈ। ਬਾਬਿਆਂ ਦੇ ਕੇਸ 'ਚ ਤਾਂ ਲੋੜ ਹੀ ਕੁਛ ਵੀ ਨਹੀਂ, ਆਪ ਹੀ ਕਹਿ ਦਿਓ ਕਿ ਜੀ ਇਹਦੇ 'ਚ ਭੂਤ ਹੈ, ਪੈਸੇ ਲੈ ਲਓ ਔਰ ਬਾਅਦ 'ਚ ਕਹਿ ਦਿਓ ਮੈਂ ਕੱਢਤਾ। ਨਾ ਤਾਂ ਭੂਤ ਪਹਿਲਾਂ ਦਾ ਕੋਈ ਸਬੂਤ, ਨਾ ਕੱਢੇ ਦਾ ਕੋਈ ਸਬੂਤ। ਲੇਕਿਨ ਜਦੋਂ ਸਾਡੇ ਕੋਲ ਪਰਸਨ ਆਉਂਦਾ ਅਸੀਂ ਦੇਖਦੇ ਹਾਂ ਵੀ ਉਹ ਹਰਕਤ ਕਰੀ ਕਿਉਂ ਜਾਂਦਾ ਹੈ, ਉਹਦੇ ਦਿਮਾਗ ਦੇ ਵਿੱਚ ਅਜੀ ਕਿਹੜੀ ਗੱਲ ਬਿਠਾਈ ਗਈ ਹੈ ਜਾਂ ਉਹ ਕੀ ਚੀਜ਼ ਸੋਚਦਾ ਹੈ ਕਿ ਉਹਦਾ ਮਾਈਂਡ ਜੋ ਹੈ ਉਹ ਆਪਦੇ ਆਪ ਨੂੰ ਭੂਤ ਮੰਨਣ ਲੱਗ ਗਿਆ। ਜਦੋਂ ਆਪਾਂ ਉਹ ਗੱਲ ਨੂੰ ਫੜ ਲੈਂਦੇ ਹਾਂ, ਠੀਕ ਹੈ, ਫਿਰ ਬੱਚੇ ਨੂੰ ਸਮਝਾਇਆ ਜਾਂਦਾ ਹੈ ਜਾਂ ਇਹਨੂੰ ਸਮਝਾਉਣ ਦੀ ਬਹੁਤ ਸਾਰੀ ਵਿਦਿਆਵਾਂ ਹੁੰਦੀਆਂ। ਵਿਦਿਆਵਾਂ ਦਾ ਮਤਲਬ ਹੈ ਕਿ ਮਨੋਵਿਗਿਆਨਿਕ ਸਾਇੰਸ ਹੁੰਦੀ ਹੈਗੀ ਹੈ। ਜਦੋਂ ਉਹ ਚੀਜ਼ ਉਹਨੂੰ ਸਮਝਾਈ ਜਾਂਦੀ ਹੈ ਜਾਂ ਉਹ ਟੈਕਨੀਕਸ ਲਗਾਈ ਜਾਂਦੀ ਹੈ ਤਾਂ ਉਹਨੂੰ ਹੌਲੀ ਹੌਲੀ ਹੋਸ਼ ਆਉਣ ਲੱਗ ਜਾਂਦਾ, ਉਹਨੂੰ ਸੱਚ ਪਤਾ ਲੱਗਣ ਲੱਗ ਜਾਂਦਾ ਹੈ। ਜਦੋਂ ਉਹ ਪੇਸ਼ੈਂਟ ਉਸ ਚੀਜ਼ ਨੂੰ ਸਮਝ ਜਾਂਦਾ, ਉਹਦਾ ਮਾਈਂਡ ਸਮਝ ਜਾਂਦਾ ਕਿ ਕੁਝ ਵੀ ਨਹੀਂ ਹੈ, ਸਿਰਫ ਮੇਰੇ ਵਹਿਮ ਸੀਗੇ ਔਰ ਮੇਰਾ ਮਾਈਂਡ ਕਿਵੇਂ ਕੰਮ ਕਰੀ ਜਾਂਦਾ, ਉਹ ਠੀਕ ਹੋ ਜਾਂਦਾ, ਉਹਦਾ ਭੂਤ ਨਿਕਲ ਜਾਂਦਾ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਭੂਤ ਨਹੀਂ ਹੁੰਦਾ, ਬਿਮਾਰੀ ਹੁੰਦੀ ਹੈ, ਮਾਈਂਡ ਦੇ ਵਿੱਚ ਕੋਈ ਚੀਜ਼ ਸਟਕ ਕੀਤੀ ਹੁੰਦੀ ਹੈ? ਜੀ ਬਿਲਕੁਲ, ਇਹ ਵਿਸ਼ਵਾਸ ਹੁੰਦੇ ਆ ਆਪਣੇ। ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਤੁਹਾਨੂੰ, ਜੇ ਤੁਸੀਂ ਸਮਝਣਾ ਚਾਹੁੰਦੇ ਹੋ ਭੂਤ ਵਾਲਾ ਕੇਸ ਦੇ ਵਾਸਤੇ। ਤੁਸੀਂ ਕਦੇ ਦੇਖਿਆ ਕਿ ਇੱਕ ਛੋਟਾ ਬੱਚਾ ਹੁੰਦਾ ਹੈ, ਘਰ ਦੇ ਵਿੱਚ ਖੇਡ ਰਹੀ ਹੁੰਦੀ ਹੈ ਬੱਚੀ, ਉਹ ਘਰ ਖੇਡਣ ਲੱਗ ਜਾਂਦੀ ਹੈ ਅਤੇ ਉਹ ਟੀਚਰ ਜਾਂ ਮੰਮੀ ਬਣ ਜਾਂਦੀ ਹੈ। ਉਹਦਾ ਬਿਹੇਵੀਅਰ ਕਿਹੋ ਜਿਹਾ ਹੁੰਦਾ ਹੈ? ਚੇਂਜ ਹੋ ਜਾਂਦਾ ਹੈ। ਉਹ ਆਪਦੇ ਆਪ ਨੂੰ ਟੀਚਰ ਦੇ ਵਾਂਗੂ ਟਰੀਟ ਕਰਨ ਲੱਗ ਜਾਂਦੀ ਹੈ ਜਾਂ ਮੰਮੀ ਵਾਂਗੂ ਟਰੀਟ ਕਰਨ ਲੱਗ ਜਾਂਦੀ ਹੈ। ਉਹਦੇ ਬੱਚੇ ਦੇ ਬਦਲਾਵ ਆ ਜਾਂਦਾ, ਉਹਦਾ ਬਿਹੇਵੀਅਰ 'ਚ ਬਦਲਾਵ ਆ ਜਾਂਦਾ ਹੈ। ਉਹ ਕਿਸ ਤਰੀਕੇ ਨਾਲ ਗੱਲ ਕਰਦਾ ਹੈ, ਲੜਦਾ ਹੈ। ਜਵਾਕ ਜਿਹੜੇ ਉਹਦੇ ਸਟੂਡੈਂਟ ਬਣੇ ਹੁੰਦੇ ਉਹਨਾਂ ਨੂੰ ਲੜਨ ਲੱਗ ਜਾਂਦਾ ਹੈ। ਉਸ ਟਾਈਮ ਉਹਦਾ ਬਿਹੇਵੀਅਰ ਬਿਲਕੁਲ ਇੱਕ ਟੀਚਰ ਵਰਗਾ ਹੁੰਦਾ ਹੈ। ਸਿਮਿਲਰ ਐਵੇਂ ਹੀ ਹੁੰਦਾ ਹੈ ਕਿ ਅਗਰ ਇੱਕ ਵੱਡੇ ਇਨਸਾਨ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਗੱਲ ਬੈਠ ਜਾਵੇ ਵੀ ਮੇਰੇ ਅੰਦਰ ਕਿਸੇ ਨੇ ਟੂਣਾ ਕਰਾਤਾ, ਮੇਰੇ ਉੱਤੇ ਕਿਸੇ ਨੇ ਕੁਝ ਕਰਾਤਾ ਗਾ, ਜਾਂ ਮੈਂ ਕੋਈ ਟੂਣਾ ਟੱਪਿਆ ਆ, ਠੀਕ ਹੈ, ਜਾਂ ਮੇਰੇ ਅੰਦਰ ਕੋਈ ਚੀਜ਼ ਆ ਗਈ, ਅਗਰ ਇਹ ਚੀਜ਼ ਹੋ ਜਾਵੇ ਤਾਂ ਉਸ ਤੋਂ ਬਾਅਦ ਕੀ ਹੈ ਕਿ ਉਹਦਾ ਮਾਈਂਡ ਇਸ ਚੀਜ਼ ਨੂੰ ਐਕਸੈਪਟ ਕਰ ਲੈਂਦਾ। ਜਿਵੇਂ ਛੋਟੇ ਬੱਚੇ ਨੇ ਆਪਦੇ ਆਪ ਨੂੰ ਟੀਚਰ ਐਕਸੈਪਟ ਕੀਤਾ ਸੀ, ਉਹ ਤਾਂ ਚਲੋ ਉਹਨੇ ਪਲਾਨਿੰਗ ਕਰਕੇ ਕਰਿਆ ਸੀ, ਲੇਕਿਨ ਇਨਡਾਇਰੈਕਟਲੀ ਕਦੇ ਕਦੇ ਕੁਝ ਚੀਜ਼ਾਂ ਦਿਮਾਗ 'ਚ ਬਹਿ ਜਾਂਦੀਆਂ ਅਤੇ ਉਹ ਬੰਦਾ ਜਿਹੜਾ ਬਿਹੇਵੀਅਰ ਹੈ ਉਹ ਰੀਅਲਟੀ ਉਵੇਂ ਹੀ ਕਰਨ ਲੱਗ ਜਾਂਦਾ ਹੈ। ਠੀਕ ਹੈ, ਇਹ ਬਿਲਕੁਲ ਉਸੇ ਤਰੀਕੇ ਦਾ ਹੀ ਹੈਗਾ। ਔਰ ਜਿੰਨਾ ਜ਼ਿਆਦਾ ਬੱਚੇ ਨੂੰ, ਇਨਸਾਨ ਨੂੰ ਵਿਸ਼ਵਾਸ ਹੋਊਗਾ ਕਿ ਮੇਰੇ ਅੰਦਰ ਇਹ ਚੀਜ਼ ਹੈਗੀ ਹੈ, ਉਨਾ ਜ਼ਿਆਦਾ ਉਹ ਕਰੂਗਾ। ਦੂਜੀ ਗੱਲ ਕੀ ਹੈ, ਜਦੋਂ ਆਪਾਂ ਬਾਬਿਆਂ ਕੋਲ ਜਾਂਦੇ ਹਾਂ ਤਾਂ ਬਾਬਿਆਂ ਕੋਲ ਜਾ ਕੇ ਸਭ ਤੋਂ ਪਹਿਲਾਂ ਕੀ ਹੁੰਦਾ ਕਿ ਬਾਬੇ ਉਸ ਦੇ ਵਿਸ਼ਵਾਸ ਨੂੰ ਹੋਰ ਵਧਾ ਦਿੰਦੇ ਆ। ਜਿਵੇਂ ਉਹ ਵਿਸ਼ਵਾਸ ਹੋਰ ਵੱਧਦਾ ਜਾਂਦਾ, ਉਹਨੂੰ ਹੋਰ ਡਰਾਇਆ ਜਾਂਦਾ ਅਤੇ ਉਹ ਬੱਚਾ ਫਿਰ ਜਾਂ ਉਹ ਇਨਸਾਨ ਹੈ, ਉਹ ਪੇਸ਼ੈਂਟ ਹੈ, ਉਹੀ ਹਰਕਤ 'ਚ ਵੱਧਦਾ ਚਲਾ ਜਾਂਦਾ। ਮੈਂ ਜਾਣ ਸਕਦੀ ਹਾਂ ਕਿ ਤੁਸੀਂ ਪੜ੍ਹਾਈ ਕਾਹਦੀ ਕੀਤੀ ਹੋਈ ਹੈ? ਮੈਂ MA ਸਾਈਕੋਲੋਜੀ ਕਰਿਆ ਹੈ, ਮਤਲਬ ਇੱਕ ਮਨੋਵਿਗਿਆਨਿਕ ਕੋਰਸ ਹੈ ਸਾਰਾ, ਜਿਹਦੇ ਵਿੱਚ ਮਨ ਨੂੰ ਸਮਝਿਆ ਜਾਂਦਾ ਹੈ। ਤਾਂ ਇਹ ਪ੍ਰੋਫੈਸ਼ਨਲੀ ਹੈਗਾ ਔਰ ਇੱਥੇ ਆਪਾਂ ਹਸਪੀਟਲ 'ਚ ਬੈਠੇ ਹਾਂ, 5-6 ਸਾਲਾਂ ਤੋਂ ਐਸੇ ਵਰਕ ਕਰੀ ਜਾਂਦੇ ਹਾਂ। ਅਤੇ ਤੁਸੀਂ ਡਿਗਰੀ ਲਈ ਹੋਈ ਹੈ ਮੈਡੀਕਲ ਲਾਈਨ ਦੇ ਜਿਹੜਾ ਪ੍ਰੋਫੈਸ਼ਨਲ ਸਾਈਕੋਲੋਜੀ ਦੀ ਡਿਗਰੀ ਲਈ ਹੋਈ ਹੈ, ਪਰ ਜਿਵੇਂ ਕਹਿ ਸਕਦੇ ਹਾਂ ਆਪਾਂ ਕਿ ਮੈਂ ਵੀਡੀਓ ਦੇਖੀ ਜਿਸ ਦੇ ਵਿੱਚ ਤੁਸੀਂ ਕੀ ਕਰ ਰਹੇ ਸੀ, ਇੱਕ ਕੁੜੀ ਦਾ ਮੂੰਹ ਵਿੰਗਾ ਸੀ, ਤੁਸੀਂ ਉਹ ਸਿੱਧਾ ਵੀ ਕਰਤਾ, ਅਤੇ ਇੱਕ ਕੁੜੀ ਅਜੀਬ ਹਰਕਤਾਂ ਕਰ ਰਹੀ ਸੀ, ਤੁਸੀਂ ਉਹਨੂੰ ਵੀ ਸਹੀ ਕਰਤਾ। ਕੁੜੀ ਡਿਪਰੈਸ਼ਨ 'ਚ ਸੀ, ਉਹ ਤਾਂ ਚਲੋ ਤੁਸੀਂ ਕੰਮ, ਤੁਹਾਡੀ ਪੜ੍ਹਾਈ ਹੈ, ਤਾਂ ਪੜ੍ਹਾਈ ਤੁਸੀਂ ਇਹ ਕੀਤੀ ਹੈ, ਕੰਮ ਤੁਸੀਂ ਸਾਰੇ ਕਰੇ ਫਿਰਦੇ ਹੋ। ਨਹੀਂ, ਐਕਚੁਅਲੀ ਉਹ ਕੰਮ ਸਾਡੇ ਹੀ ਹੈਗੇ ਆ। ਹਾਂ, ਲੇਕਿਨ ਉਹ ਦੇਖਣ 'ਚ ਨਾ ਕੀ ਹੁੰਦਾ, ਇੱਕ ਚੀਜ਼ ਸਮਝਾਉਣਾ ਜੀ ਤੁਹਾਨੂੰ, ਕੀ ਹੁੰਦਾ ਕਿ ਮਾਈਂਡ ਜੇ ਹੈ ਨਾ, ਅਗਰ ਇਹਦੇ 'ਚ ਸਟਰੈਸ ਲੈਵਲ ਬਹੁਤ ਜ਼ਿਆਦਾ ਹੋ ਜਾਵੇ, ਇੱਕ ਬੋਡੀ 'ਤੇ ਕਿਵੇਂ ਇੰਪੈਕਟ ਕਰੂਗਾ ਇਹ ਨਹੀਂ ਪਤਾ
ਕਿਸੇ ਇਨਸਾਨ ਦੇ ਉੱਤੇ ਕੋਈ ਵੀ ਥੋਟ ਹੈ, ਕੋਈ ਡਰ ਹੈ, ਕੋਈ ਘਬਰਾਹਟ ਹੈ, ਕੋਈ ਪੁਰਾਣੇ ਵਿਚਾਰ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਸੋਚ ਹੈ, ਅਗਰ ਉਹ ਸੋਚ ਉਹਦੇ ਦਿਮਾਗ ਦੇ ਵਿੱਚ ਬਹੁਤ ਜ਼ਿਆਦਾ ਇੰਪੈਕਟ ਕਰ ਗਈ, ਸਟ੍ਰੈਸ ਦੇਤਾ ਹੈ ਉਸਨੇ। ਹੁਣ ਫੋਰ ਐਗਜ਼ਾਮਪਲ ਦੱਸਦਾ ਤੁਹਾਨੂੰ, ਜਦੋਂ ਬੰਦੇ ਦੇ ਮਾਈਂਡ 'ਚ ਕੋਈ ਗੱਲਾਂ ਚੱਲਦੀਆਂ ਹੋਣ ਨਾ, ਕਈਆਂ ਦੀ ਨੀਂਦ ਉੱਡ ਜਾਂਦੀ ਹੈ, ਕਈਆਂ ਦੀ ਹਾਰਟ ਬੀਟ ਤੇਜ਼ ਹੋ ਜਾਂਦੀ ਹੈ, ਕਈਆਂ ਦਾ ਬੀਪੀ ਵੱਧ ਜਾਂਦਾ ਹੈ। ਐਸੇ ਤਰੀਕੇ ਨਾਲ ਕਾਫੀ ਲੋਕਾਂ ਦੇ ਸਰੀਰ ਦੇ ਵਿੱਚ ਦਰਦ ਹੋਣੇ ਸ਼ੁਰੂ ਹੋ ਜਾਂਦੇ। ਉਹ ਕਹਿੰਦੇ ਮੇਰੇ ਥਾਂ ਥਾਂ 'ਤੇ ਦਰਦ ਹੁੰਦੇ ਹੈ। ਕੁਛ ਲੋਕਾਂ ਦਾ ਕੀ ਹੁੰਦਾ ਹੈ ਕਿ ਹੱਥ ਪੈਰ ਮੁੜ ਜਾਂਦੇ। ਤੁਸੀਂ ਦੇਖਿਆ ਪਿੰਡਾਂ ਦੇ ਵਿੱਚ ਦੰਦਲਾਂ ਪੈ ਜਾਂਦੀਆਂ, ਹੱਥ ਪੈਰ ਮੁੜ ਜਾਂਦੇ ਹੈ ਨਾ। ਇਹ ਸਾਰੀ ਚੀਜ਼ਾਂ ਉਹਦੇ ਵਿੱਚ ਹੀ ਆਉਂਦੀਆਂ। ਉਹਦਾ ਹੀ ਇੱਕ ਹਿੱਸਾ ਹੈ ਕਿ ਮੂੰਹ ਵਿੰਗਾ ਹੋ ਜਾਣਾ, ਹੱਥ ਪੈਰ ਖੜ ਜਾਣੇ। ਇਹ ਚੀਜ਼ਾਂ ਉਹਦਾ ਹੀ ਹਿੱਸਾ ਹੈਗਾ, ਇਹ ਵੱਖ ਨਹੀਂ ਹੈ। ਦੇਖਣ 'ਚ ਵੱਖ ਲੱਗਦੀਆਂ ਕਿ ਯਾਰ ਡਿਪਰੈਸ਼ਨ ਔਰ ਇਹ ਚੀਜ਼ ਅੱਡ ਹੈ। ਇਹ ਅੱਡ ਕੁਛ ਵੀ ਨਹੀਂ ਹੈ। ਮਾਈਂਡ 'ਤੇ ਬਹੁਤ ਜ਼ਿਆਦਾ ਲੋਡ ਹੋਣ ਕਰਕੇ, ਬਹੁਤ ਜ਼ਿਆਦਾ ਦਬਾਅ ਹੋਣ ਕਰਕੇ ਉਹਦਾ ਅਸਰ ਸਰੀਰ 'ਤੇ ਆਉਂਦਾ ਹੈ। ਅਤੇ ਜਦੋਂ ਸਾਡੇ ਕੋਲ ਮੂੰਹ ਵਿੰਗੇ ਵਾਲਾ ਜਿਹੜਾ ਤੁਸੀਂ ਕੇਸ ਦੱਸ ਰਹੇ ਹੋ, ਜਾਂ ਕੋਈ ਐਜੀ ਓਪਰੀ ਪਰਾਈ ਹਰਕਤਾਂ ਕਰਦਾ ਹੈ ਜਾਂ ਕੋਈ ਕਮਲੀਆਂ ਮਾਰਦਾ ਹੈ, ਅਤੇ ਅਸੀਂ ਉਹਦਾ ਮੂੰਹ ਨਹੀਂ ਸਿੱਧਾ ਕੀਤਾ। ਅਸੀਂ ਉਹਦੇ ਦਿਮਾਗ 'ਤੇ ਜਿਹੜਾ ਉਹ ਸਟ੍ਰੈਸ ਸੀਗਾ ਜਿਸ ਕਰਕੇ ਉਹਦਾ ਮੂੰਹ ਵਿੰਗਾ ਹੋਇਆ ਸੀ, ਅਸੀਂ ਉਹ ਹਟਾਇਆ ਸੀ ਅਤੇ ਮੂੰਹ ਆਪੇ ਸਿੱਧਾ ਹੋਇਆ ਸੀ। ਮੈਂ ਵੀ ਦੇਖਿਆ ਵੀਡੀਓ ਦੇ ਵਿੱਚ ਕਈ ਲੋਕ ਕਹਿੰਦੇ ਨੇ ਕਿ ਅਸੀਂ 20 ਸਾਲ ਤੋਂ ਡਿਪਰੈਸ਼ਨ ਫੇਸ ਕਰ ਰਹੇ ਸੀਗੇ, ਪਰ ਤੁਹਾਡੇ ਕੋਲ ਆ ਕੇ 5-7 ਦਿਨਾਂ ਦੇ ਵਿੱਚ ਠੀਕ ਹੋ ਗਏ, ਜਾਂ 10-12 ਦਿਨਾਂ ਦੇ ਵਿੱਚ ਠੀਕ ਹੋ ਗਏ। ਤਾਂ ਐਸੀ ਕਿਹੜੀ ਜਾਦੂ ਦੀ ਛੜੀ ਹੈ ਜਿਹੜੀ ਤੁਸੀਂ ਚਲਾਉਂਦੇ ਹੋ, ਅਤੇ ਕੀ ਗਾਰੰਟੀ ਹੈ ਕਿ ਬੰਦਾ ਠੀਕ ਹੀ ਹੋਊਗਾ? ਦੇਖੋ, ਤੁਸੀਂ 2 ਕੁਐਸਚਨ ਇਕੱਠੇ ਕਰੇ ਆ ਇਸ ਦੇ ਵਿੱਚ। ਮੈਂ ਗੱਲ ਕਲੀਅਰ ਕਰ ਦੇਣਾ ਇਸ ਦੇ ਵਿੱਚ। ਦੇਖੋ ਕੀ ਹੈ, ਮੈਂ ਤੁਹਾਨੂੰ ਕੁਝ ਸਮਝਾਉਣਾ ਚਾਹੁੰਦਾ, ਇਸ ਦਾ ਤੁਹਾਨੂੰ ਕਲੀਅਰ ਹੋਊਗਾ ਜੀ। ਬਿਲਕੁਲ। ਦੇਖੋ ਕੀ ਹੁੰਦਾ ਹੈ ਕਿ ਇਹ ਆਪਣਾ ਨਾ ਮਾਈਂਡ ਹੈ, ਮੰਨ ਲਓ ਜੀ। ਇਸ ਮਾਈਂਡ ਦੇ ਵਿੱਚ ਬਹੁਤ ਸਾਰੀ ਗੱਲਾਂ ਚੱਲੀ ਜਾਂਦੀਆਂ, ਆਪਣੀ ਬਹੁਤ ਸਾਰੀ ਗੱਲਾਂ ਚੱਲੀ ਜਾਂਦੀਆਂ। ਜਦੋਂ ਮਾਈਂਡ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਸਟ੍ਰੈਸ ਆਊਗਾ ਨਾ, ਕਿਸੇ ਵੀ ਤਰ੍ਹਾਂ ਦਾ ਸਟ੍ਰੈਸ ਆਊਗੀ, ਥੋਟ ਆਊਗੀ, ਥਿੰਕਿੰਗ ਆਊਗੀ, ਠੀਕ ਹੈ। ਉਸ ਤੋਂ ਬਾਅਦ ਕੀ ਹੋਊਗਾ, ਮਾਈਂਡ ਦੇ ਵਿੱਚ ਇਹਦਾ ਜਿਹੜਾ ਸਟ੍ਰੈਸ ਦਾ ਜਿਹੜਾ ਦਬਾਅ ਹੈ ਉਹ ਆਪਣੀ ਪੂਰੀ ਬੋਡੀ ਦੇ ਵਿੱਚ ਆਉਂਦਾ ਹੈ, ਠੀਕ ਹੈ। ਸਟ੍ਰੈਸ ਦੇ ਨਾਲ ਕੀ ਚੀਜ਼ ਹੁੰਦੀ ਹੈ, ਮੇਨ ਚੀਜ਼ ਕਿੱਥੋਂ ਆਉਂਦੀ ਹੈ, ਥਿੰਕਿੰਗ ਤੋਂ। ਮਤਲਬ ਉਹ ਕੁਛ ਨਾ ਕੁਛ ਉਹਦੇ ਦਿਮਾਗ 'ਚ ਚੱਲੀ ਜਾ ਰਿਹਾ ਹੈ। ਜਿਹੜਾ ਵੀ ਤੁਸੀਂ ਡਿਪਰੈਸ਼ਨ ਦਾ ਕੇਸ ਲਓ, ਜਾਂ ਤੁਸੀਂ ਫਿਰ ਕੋਈ ਵੀ ਐਂਗਜ਼ਾਇਟੀ ਦਾ ਕੇਸ ਲਓ, ਤੁਹਾਨੂੰ ਇੱਕ ਚੀਜ਼ ਕਾਮਨ ਮਿਲੂਗੀ ਉਸ 'ਚ। ਉਹਨੂੰ ਇਹ ਮਿਲੂਗਾ ਕਿ ਉਹਦਾ ਥਿੰਕਿੰਗ ਜਿਹੜਾ ਦਿਮਾਗ ਦੇ ਵਿੱਚ ਵਿਚਾਰ ਚੱਲ ਰਹੇ ਆ। ਤੁਸੀਂ ਦੇਖੋ ਇੱਕ ਚੀਜ਼, ਜਾਂ ਤਾਂ ਉਹ ਨਾ ਪੁਰਾਣੀ ਗੱਲਾਂ ਬਾਰੇ ਸੋਚੀ ਜਾਂਦਾ ਰਹੂਗਾ, ਮੇਰੇ ਨਾਲ ਐਵੇਂ ਕਿਉਂ ਹੋਇਆ, ਮੇਰੇ ਨਾਲ ਐਵੇਂ ਨਹੀਂ ਹੋਣਾ ਚਾਹੀਦਾ ਸੀ, ਉਹਨੇ ਮੇਰੀ ਬੇਇੱਜ਼ਤੀ ਕਿਉਂ ਕਰੀ, ਉਹਨੇ ਮੇਰੀ ਗੱਲ ਆਖੇ ਕਿਉਂ ਨਹੀਂ ਲੱਗੀ, ਜਾਂ ਮੇਰਾ ਇਹ ਸੁਪਨਾ ਸੀ ਉਹ ਸੁਪਨਾ ਟੁੱਟ ਗਿਆ, ਜਾਂ ਉਹਦਾ ਕੋਈ ਘਰੇਲੂ ਕਈ ਵਾਰੀ ਕੀ ਹੁੰਦਾ ਕਿ ਕੋਈ ਐਜੀ ਡੈਥ ਹੋ ਜਾਂਦੀ ਹੈ ਕਿਸੇ ਦੀ ਬਹੁਤ ਖਾਸ ਬੰਦੇ ਦੀ, ਹੈ ਨਾ। ਉਹ ਦਿਮਾਗ ਐਕਸੈਪਟ ਨਹੀਂ ਕਰ ਪਾਉਂਦਾ, ਅਤੇ ਮਾਈਂਡ ਨਾ ਉਹਨੂੰ ਹੀ ਸੋਚਦਾ ਰਹਿੰਦਾ। ਜਾਂ ਤਾਂ ਦਿਮਾਗ ਕੀ ਕਰਦਾ, ਜਿਹੜੀ ਥਿੰਕਿੰਗ ਹੈ ਉਹ ਪਾਸਟ ਬਾਰੇ ਕਰਦਾ ਰਹਿੰਦਾ ਹੈ, ਮਤਲਬ ਪਿਛਲੀਆਂ ਗੱਲਾਂ ਹੀ ਸੋਚਦਾ ਰਹਿੰਦਾ ਹੈ। ਡਿਪਰੈਸ਼ਨ ਕਹਿੰਦੇ ਨੇ। ਮੈਂ ਦੱਸ ਦੇਣਾ ਜੀ ਇਸ ਬਾਰੇ। ਅਤੇ ਇੱਕ ਜਾਂ ਹੁੰਦਾ ਫਿਊਚਰ ਬਾਰੇ ਸੋਚਦਾ ਰਹਿੰਦਾ ਬੰਦਾ, ਠੀਕ ਹੈ। ਜਦੋਂ ਬੰਦਾ ਪਾਸਟ ਬਾਰੇ ਸੋਚੂਗਾ, ਪੁਰਾਣੀਆਂ ਗੱਲਾਂ ਸੋਚੂਗਾ, ਤਾਂ ਜ਼ਿਆਦਾਤਰ ਉਹਦੇ 'ਚ ਨਾ ਤੁਹਾਨੂੰ ਡਿਪਰੈਸ਼ਨ ਦੇ ਸਿੰਪਟਮ ਮਿਲਣਗੇ। ਉਦਾਸੀ ਮਿਲੂਗੀ, ਕੰਮ ਕਰਨ ਦਾ ਜੀਅ ਨਾ ਕਰਨਾ, ਠੀਕ ਹੈ, ਨੀਂਦ ਨਾ ਆਉਣਾ, ਇਹ ਤੁਹਾਨੂੰ ਲੱਛਣ ਜ਼ਿਆਦਾ ਮਿਲਣਗੇ, ਠੀਕ ਹੈ। ਔਰ ਅਗਰ ਕਿਸੇ ਨੂੰ ਐਂਗਜ਼ਾਇਟੀ, ਜਿਵੇਂ ਘਬਰਾਹਟ ਹੋਣੀ ਵੀ ਹਾਈ ਮੇਰੇ ਨਾਲ ਇੰਝ ਨਾ ਹੋ ਜੇ, ਮੇਰੇ ਨਾਲ ਕੁਝ ਬੁਰਾ ਨਾ ਹੋ ਜੇ, ਮੇਰੇ ਕਿਸੇ ਬੰਦੇ ਦੀ ਘਰੇ ਕਿਸੇ ਬੰਦੇ ਦੀ ਡੈਥ ਨਾ ਹੋ ਜੇ, ਹੈ ਨਾ, ਬਿਨਾਂ ਮੇਰਾ ਕੰਮ ਨਾ ਚੱਲਿਆ ਤਾਂ ਕੀ ਹੋਊਗਾ, ਮੈਂ ਪਾਸ ਨਾ ਹੋਇਆ ਤਾਂ ਕੀ ਹੋਊਗਾ, ਮੇਰੀ ਜੋਬ ਨਾ ਹੋਈ ਤਾਂ ਕੀ ਹੋਊਗਾ, ਮੈਨੂੰ ਕੋਈ ਬਿਮਾਰੀ ਨਾ ਹੋ ਜੇ, ਕਰੋਨਾ ਵਿੱਚ ਲੱਗਦਾ ਹਾਈ ਮੈਨੂੰ ਕੁਝ ਹੋ ਗਿਆ ਤਾਂ ਕੀ ਹੋਊਗਾ। ਇਹ ਸਾਰੀ ਚੀਜ਼ਾਂ ਮਤਲਬ ਫਿਊਚਰ ਬਾਰੇ ਖਿਆਲ ਚੱਲ ਰਿਹਾ। ਲੇਕਿਨ ਦੋਵਾਂ ਦੇ ਵਿੱਚ ਇੱਕ ਚੀਜ਼ ਕਾਮਨ ਹੈ। ਕੀ ਕਾਮਨ ਹੈ? ਕਿ ਥਿੰਕਿੰਗ ਹੈ। ਹੁਣ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਪੁੱਛਿਆ ਕਿ ਲੋਕੀ ਇੰਨੇ ਸਾਲਾਂ ਤੋਂ ਦਵਾਈਆਂ ਲੈ ਰਹੇ ਹੈ, ਉਹ ਠੀਕ ਨਹੀਂ ਹੋ ਰਹੇ, ਤੁਹਾਡੇ ਕੋਲ ਕਿਉਂ ਠੀਕ ਹੋ ਗਏ? ਇਸ ਤਰ੍ਹਾਂ ਦਾ ਸਭ ਤੋਂ ਵੱਡਾ ਰਾਜ ਕੀ ਹੈ ਕਿ ਉਹ ਜਿਹੜੇ ਦਵਾਈਆਂ ਲੈ ਰਹੇ ਹੈ ਉਹ ਸਿਰਫ ਮਾਈਂਡ ਦੇ ਕੈਮੀਕਲ ਦੀ ਦਵਾਈਆਂ ਲੈ ਰਹੇ ਹੈ, ਠੀਕ ਹੈ। ਹੁਣ ਜਦੋਂ ਕੈਮੀਕਲ ਉਹਨਾਂ ਨੂੰ ਮਿਲਦਾ, ਥੋੜ੍ਹਾ ਜਿਹਾ ਰਿਲੀਫ ਫੀਲ ਕਰਦਾ ਹੈ। ਜਦੋਂ ਸਾਡੇ ਕੋਲ ਉਹ ਆਉਂਦਾ ਬੰਦਾ, ਅਸੀਂ ਇਹ ਜਿਹੜੀ ਨੈਗੇਟਿਵ ਥਿੰਕਿੰਗ ਦਿਮਾਗ 'ਚ ਚੱਲ ਰਹੀ, ਅਸੀਂ ਇਹਦੇ 'ਤੇ ਕੰਮ ਕਰਦੇ ਹਾਂ। ਜਿਵੇਂ ਹੀ ਉਹਨੂੰ ਸਿਖਾਇਆ ਜਾਂਦਾ ਵੀ ਤੁਸੀਂ ਕਿਵੇਂ ਆਪਦੇ ਮਾਈਂਡ ਨੂੰ ਰਿਲੈਕਸ ਕਰ ਸਕਦੇ ਹੋ, ਕਿਵੇਂ ਓਵਰ ਥਿੰਕਿੰਗ ਨੂੰ ਘਟਾ ਸਕਦੇ ਹੋ, ਨੈਗੇਟਿਵ ਥਿੰਕਿੰਗ ਨੂੰ ਕਿਵੇਂ ਘਟਾ ਸਕਦੇ ਹੋ, ਜਦੋਂ ਬੰਦਾ ਇਸ ਚੀਜ਼ਾਂ ਨੂੰ ਸਿੱਖਦਾ ਹੈ, ਮਨ ਨੂੰ ਸ਼ਾਂਤ ਕਰਨਾ ਸਿੱਖਦਾ ਹੈ, ਇਹ ਸਾਰੀਆਂ ਗੱਲਾਂ ਸਿੱਖਦਾ ਹੈ, ਅਤੇ ਉਹਦੀ ਜਿਹੜੀ ਓਵਰ ਥਿੰਕਿੰਗ ਹੈ, ਚਾਹੇ ਉਹ ਪਾਸਟ ਬਾਰੇ ਹੈ ਚਾਹੇ ਫਿਊਚਰ ਬਾਰੇ ਹੈ, ਇਹ ਘਟਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਹੀ ਇਹ ਘਟਣੀ ਸ਼ੁਰੂ ਹੁੰਦੀ ਹੈ ਤਾਂ ਉਹਦੇ ਦਿਮਾਗ 'ਤੇ ਜਿਹੜਾ ਸਟ੍ਰੈਸ ਹੁੰਦਾ ਹੈ ਇਹ ਘਟਣਾ ਸ਼ੁਰੂ ਹੋ ਜਾਂਦਾ, ਅਤੇ ਉਹ 5-10 ਦਿਨਾਂ 'ਚ 15 ਦਿਨਾਂ 'ਚ ਉਹਨੂੰ ਮਹਿਸੂਸ ਹੁੰਦਾ ਕਿ ਮੈਂ ਪਹਿਲਾਂ ਨਾਲ ਬਹੁਤ ਜ਼ਿਆਦਾ ਠੀਕ ਹੋ ਗਿਆ, ਠੀਕ ਹੈ। ਹੁਣ ਇੱਕ ਐਗਜ਼ਾਮਪਲ ਹੋਰ ਦੱਸਣਾ ਚਾਹੁੰਦਾ ਇੱਥੇ ਮੈਂ। ਮੰਨ ਲਓ ਜੀ ਤੁਹਾਡੀ ਗੱਡੀ ਰਾਸਤੇ 'ਚ ਖਰਾਬ ਹੋ ਗਈ, ਠੀਕ ਹੈ, ਔਰ ਮਜਬੂਰੀ 'ਚ ਤੁਸੀਂ ਕੀ ਕਰੋਗੇ, ਇੱਕ ਟੋਚਨ ਦਾ ਸਹਾਰਾ ਲੈ ਲਓਗੇ, ਕਿਸੇ ਦੂਜੀ ਗੱਡੀ ਦਾ ਸਹਾਰਾ ਲੈ ਲਓਗੇ। ਇਹ ਗਲਤ ਹੈ ਕਿ ਸਹੀ ਹੈ? ਸਹਾਰਾ ਲੈਣਾ ਹੀ ਪੈਣਾ ਭਾਜੀ, ਫਿਰ ਤਾਂ ਸਹਾਰਾ ਲੈਣਾ ਪੈਣਾ, ਗਲਤ ਕੁਝ ਵੀ ਨਹੀਂ ਹੈ। ਸਹਾਰਾ ਲੈਣ ਤੋਂ ਬਾਅਦ ਤੁਸੀਂ ਸੋਚੋ ਕਿ ਯਾਰ ਕੰਮ ਤਾਂ ਵਧੀਆ, ਪੈਟਰੋਲ ਵੀ ਨਹੀਂ ਲੱਗੀ ਜਾਂਦਾ, ਅਤੇ ਆਪਾਂ ਐਂ ਸਾਰ ਲੈਂਦੇ ਹਾਂ, ਗੱਡੀ ਅੱਗੇ ਲਾਈ ਰੱਖਦੇ ਹਮੇਸ਼ਾ। ਇਹ ਸਹੀ ਹੈ ਕਿ ਗਲਤ ਹੈ? ਇਹ ਗਲਤ ਹੈ। ਸਹਾਰਾ ਲੈਣਾ ਗਲਤ ਨਹੀਂ ਸੀ, ਜ਼ਿੰਦਗੀ ਭਰ ਉਸੇ ਸਹਾਰੇ ਦੇ ਨਾਲ ਚੱਲਣਾ ਗਲਤ ਹੈ। ਬਿਲਕੁਲ ਐਸੇ ਤਰ੍ਹਾਂ ਨਾਲ ਅਗਰ ਜ਼ਿੰਦਗੀ 'ਚ ਕੋਈ ਤਕਲੀਫ ਆਈ ਹੈ, ਡਿਪਰੈਸ਼ਨ ਦੀ ਕੋਈ ਤਕਲੀਫ ਹੈ, ਫਿਊਚਰ ਦਾ ਡਰ ਲੱਗਦਾ ਹੈ, ਉਸ ਕੰਡੀਸ਼ਨ 'ਚ ਦਵਾਈ ਲੈਣਾ ਗਲਤ ਨਹੀਂ ਹੈ, ਠੀਕ ਹੈ। ਕਦੇ ਵੀ ਦਵਾਈ ਲੈਣਾ ਗਲਤ ਨਹੀਂ ਹੈ, ਲੇਕਿਨ ਉਸ ਦਵਾਈ ਦੇ ਸਹਾਰੇ ਹੋ ਜਾਣਾ, ਮਤਲਬ ਆਪਦੇ 'ਚ ਸੁਧਾਰ ਨਾ ਕਰਨਾ। ਮੰਨ ਲਓ ਤੁਹਾਡੀ ਗੱਡੀ ਖਰਾਬ ਹੋਈ ਹੈ,
ਗੱਡੀ ਖਰਾਬ ਹੋਣ ਤੋਂ ਬਾਅਦ ਆਪਾਂ ਗੱਡੀ ਨੂੰ ਸੁਧਾਰ ਕਰਾਂਗੇ ਤਾਂ ਕਿ ਆਪਾਂ ਆਪਦੇ ਗੱਡੀ ਨੂੰ ਆਪਦੇ ਵਾਸਤੇ ਚਲਾ ਸਕੀਏ। ਠੀਕ ਹੈ, ਬਿਲਕੁਲ ਐਸੇ ਤਰੀਕੇ ਨਾਲ ਜਦੋਂ ਆਪਣੇ ਦਿਮਾਗ ਦੇ ਵਿੱਚ ਕੋਈ ਗੱਲਾਂ ਚਲੀ ਗਈਆਂ ਔਰ ਆਪਾਂ ਨੂੰ ਘਬਰਾਹਟ ਹੋ ਰਹੀ ਹੈ, ਪਰੇਸ਼ਾਨੀ ਆ ਰਹੀ ਹੈ, ਤਾਂ ਆਪਣਾ ਫਰਜ਼ ਬਣਦਾ ਹੈ ਕਿ ਇੱਕ ਵਾਰੀ ਅਗਰ ਦਵਾਈ ਦੀ ਲੋੜ ਹੈ ਆਪਾਂ ਦਵਾਈ ਲਈਏ। ਲੇਕਿਨ ਆ ਜਿਹੜਾ ਸੋਚਣ ਦਾ ਤਰੀਕਾ ਹੈ ਜਿਸ ਕਰਕੇ ਆਪਾਂ ਵਾਰੀ-ਵਾਰੀ ਬਿਮਾਰ ਹੋ ਹੀ ਜਾਂਦੇ ਹਾਂ। ਅੱਜ ਦਵਾਈ ਲਿੱਤੀ, ਆਪਾਂ ਥੋੜ੍ਹਾ ਜਿਹਾ ਵਧੀਆ ਫੀਲ ਹੋਇਆ, ਲੇਕਿਨ ਆਪਾਂ ਸੋਚਣ ਦਾ ਤਰੀਕਾ ਤਾਂ ਠੀਕ ਹੀ ਨਹੀਂ ਕਰਿਆ। ਇਹ ਸੋਚਣ ਦਾ ਤਰੀਕਾ ਠੀਕ ਨਾ ਹੋਣ ਕਰਕੇ ਆਪਾਂ ਨੂੰ ਦੁਬਾਰਾ ਤੋਂ ਬਿਮਾਰ ਕਰ ਦਿੰਦਾ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਗਰ ਆਪਾਂ ਡਿਪਰੈਸ਼ਨ ਐਂਗਜ਼ਾਇਟੀ 'ਚੋਂ ਬਾਹਰ ਆਉਣਾ ਹੈ ਤਾਂ ਆਪਾਂ ਨੂੰ ਇਹ ਚੀਜ਼ਾਂ ਠੀਕ ਕਰਨੀਆਂ ਪੈਣੀਆਂ। ਤੁਸੀਂ ਭਾਜੀ ਇਹਦੇ ਵਿੱਚ ਹੀ ਦੱਸਿਆ ਕਿ ਜਿਵੇਂ ਨੀਂਦ ਨਾ ਆਉਣਾ ਵੀ ਇੱਕ ਡਿਪਰੈਸ਼ਨ ਦਾ ਉਹ ਹੈ। ਬਿਲਕੁਲ, ਨੀਂਦ ਦੇਖੋ, ਨੀਂਦ ਨਾ ਆਉਣਾ ਨਾਲ ਦੋਨੋਂ ਚੀਜ਼ਾਂ ਹੋ ਸਕਦੀਆਂ। ਐਕਚੁਅਲੀ ਨੀਂਦ ਨਾ ਆਉਣੇ ਦੇ ਵਿੱਚ ਸਭ ਤੋਂ ਮੇਨ ਚੀਜ਼ ਕੀ ਹੁੰਦੀ ਹੈ? ਆਪਾਂ ਕਹਿੰਦੇ ਜੀ ਨੀਂਦ ਨਹੀਂ ਆਉਂਦੀ, ਇਹਦੇ ਦੋ ਵੱਡੇ ਕਾਰਨ ਹੁੰਦੇ ਆ। ਇੱਕ ਤਾਂ ਹੋ ਸਕਦਾ ਹੈ ਕਿ ਉਹ ਬਾਇਓਲੋਜੀਕਲ ਹੋਵੇ, ਮਤਲਬ ਸਰੀਰਕ ਹੋਵੇ, ਮਤਲਬ ਦਿਮਾਗ ਦੇ ਵਿੱਚ ਅਜੇ ਕੈਮੀਕਲਾਂ ਦੀ ਘਾਟ ਹੋ ਗਈ ਜਿਹੜੀ ਨੀਂਦ ਨੂੰ ਲੈ ਕੇ ਆਉਂਦੇ ਹੈ। ਉਸ ਵਾਸਤੇ ਤਾਂ ਆਪਾਂ ਨੂੰ ਥੋੜ੍ਹੀ ਜਿਹੀ ਨੀਂਦ ਦੀ ਦਵਾਈਆਂ ਦੀ ਲੋੜ ਪੈ ਸਕਦੀ ਹੈ। ਉਹਨੂੰ ਖਾਣ ਪੀਣ ਨਾਲ ਜਾਂ ਅਦਰ ਤਰੀਕੇ ਨਾਲ ਹੌਲੀ ਹੌਲੀ ਸੈੱਟ ਕੀਤਾ ਜਾ ਸਕਦਾ ਹੈ। ਲੇਕਿਨ ਸੱਚਾਈ ਇਹ ਹੈ, ਜਿੰਨੇ ਲੋਕ ਨੀਂਦ ਦੀ ਦਵਾਈਆਂ ਲਈ ਜਾਂਦੇ, ਅਗਰ ਸੱਚਾਈ ਦੇਖੀਏ 70 ਤੋਂ 80% ਲੋਕਾਂ ਨੂੰ ਨੀਂਦ ਦੀ ਦਵਾਈ ਦੀ ਲੋੜ ਹੀ ਨਹੀਂ ਹੈ। ਕਿਉਂ ਨਹੀਂ ਹੈ? ਜਿਨ੍ਹਾਂ ਨੂੰ ਦਿੱਕਤ ਆ ਰਹੀ ਹੈ ਨੀਂਦ ਦੀ, ਉਹਨਾਂ ਨੂੰ ਪਰੇਸ਼ਾਨੀ ਇਹ ਕਿ ਜਦੋਂ ਰਾਤੀ ਸੌਣ ਜਾਂਦੇ ਹੈ ਉਸ ਟਾਈਮ ਉਹਨਾਂ ਦੇ ਦਿਮਾਗ 'ਚ ਗੱਲਾਂ ਚੱਲਦੀਆਂ ਰਹਿੰਦੀਆਂ। ਅਗਰ ਉਸ ਟਾਈਮ ਉਹ ਉਹਨਾਂ ਗੱਲਾਂ ਨੂੰ ਸੰਭਾਲਣਾ ਸਿੱਖ ਜਾਣ, ਉਹ ਜਿਹੜੇ ਦਿਮਾਗ 'ਚ ਥੋਟ ਚੱਲ ਰਹੇ ਆ ਉਹਨਾਂ ਨੂੰ ਸ਼ਾਂਤ ਕਰਨਾ ਸਿੱਖ ਜਾਣ, ਤੇ ਉਹਨਾਂ ਨੂੰ ਨੀਂਦ ਦੀ ਦਵਾਈ ਦੀ ਲੋੜ ਨਹੀਂ ਹੈ। ਤਾਂ ਹੁਣ ਹੁੰਦਾ ਕੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ, ਪਾਸਟ ਜਾਂ ਫਿਊਚਰ ਹੋ ਸਕਦਾ ਹੈ। ਕੋਈ ਇਨਸਾਨ ਫਿਊਚਰ ਦੀ ਚਿੰਤਾ ਕਰਕੇ, ਐਂਗਜ਼ਾਇਟੀ ਕਰਕੇ ਨੀਂਦ ਨਹੀਂ ਆ ਰਹੀ, ਔਰ ਕੁਝ ਲੋਕਾਂ ਨੂੰ ਹੋ ਸਕਦਾ ਹੈ ਕਿ ਪਾਸਟ ਦੀ ਗੱਲਾਂ ਯਾਦ ਕਰ ਕਰਕੇ ਡਿਪਰੈਸ਼ਨ ਕਰਕੇ ਨੀਂਦ ਨਹੀਂ ਆ ਰਹੀ। ਤੇ ਨੀਂਦ ਨਾ ਆਉਣਾ ਦੋਨੋਂ ਹੀ ਗੱਲਾਂ ਹੋ ਸਕਦੀਆਂ, ਡਿਪਰੈਸ਼ਨ ਦਾ ਵੀ ਹੋ ਸਕਦਾ ਹੈ ਔਰ ਐਂਗਜ਼ਾਇਟੀ ਦਾ ਵੀ ਹੋ ਸਕਦਾ ਹੈ। ਅਗਰ ਇਹਨੂੰ ਆਪਾਂ ਸੱਚੀ 'ਚ ਠੀਕ ਕਰਨਾ ਚਾਹੁੰਦੇ ਹਾਂ ਆਸਾਨ ਤਰੀਕੇ ਨਾਲ, ਤਾਂ ਮਾਈਂਡ ਨੂੰ ਅਗਰ ਆਪਾਂ ਰਿਲੈਕਸ ਕਰਨਾ ਸਿੱਖ ਲਈਏ ਤਾਂ ਨੀਂਦ ਦੀ ਸਮੱਸਿਆ ਵੀ ਬਹੁਤ ਜਲਦੀ ਠੀਕ ਹੋ ਜੂਗੀ। ਐਸੇ ਕਰਕੇ ਜਿਵੇਂ ਤੁਸੀਂ ਦੇਖੋਗੇ ਬਹੁਤ ਸਾਰੇ ਲੋਕ ਸੁਣਿਆ ਕਹਿਣਗੇ ਕਿ ਸਾਡੀ ਸਰ ਇੰਨੇ ਟਾਈਮ ਤੋਂ ਦਵਾਈ ਚੱਲ ਰਹੀ ਸੀ, ਅਸੀਂ ਸਾਲ ਦੀ, 2 ਸਾਲ ਦੀ, 5 ਸਾਲ ਦੀ ਨੀਂਦ ਦੀ ਦਵਾਈ ਚੱਲ ਰਹੀ ਸੀ, ਲੇਕਿਨ ਸੋਡੀ ਟੈਕਨੀਕ ਯੂਜ਼ ਕਰਨ ਤੋਂ ਬਾਅਦ ਸਾਡੀ ਨੀਂਦ ਦੀ ਦਵਾਈਆਂ ਬੰਦ ਹੋ ਗਈਆਂ। ਬਹੁਤ ਸਾਡੇ ਕੋਲ ਸੈਂਕੜਾ ਕੇਸ ਅਜਿਹੇ ਹੈ ਜਿਨ੍ਹਾਂ ਦੀ ਕਾਫੀ ਸਾਲਾਂ ਤੋਂ ਚੱਲ ਰਹੀ ਹੈ ਦਵਾਈਆਂ ਬੰਦ ਹੋਈਆਂ, ਸਿਰਫ ਮਾਈਂਡ ਨੂੰ ਸਮਝ ਕੇ, ਮਾਈਂਡ ਦੀ ਟੈਕਨੀਕਸ ਨੂੰ ਸਮਝ ਕੇ। ਬਾਕੀ ਜਿਹੜੇ ਇਲਾਜ ਕਰਦੇ ਨੇ ਉਹ ਵੱਖਰਾ, ਤੁਹਾਡਾ ਵੱਖਰਾ, ਚੀਜ਼ ਤਾਂ ਇੱਕੋ ਹੀ ਹੈ। ਡਾਕਟਰ ਤਾਂ ਡਾਕਟਰ ਹੁੰਦਾ, ਜੇ ਕੋਈ ਬਿਮਾਰ ਹੈ ਤਾਂ ਉਹ ਡਾਕਟਰ ਕੋਲ ਜਾਂਦਾ, ਚਾਹੇ ਉਹ ਕਿਸੇ ਵੀ ਚੀਜ਼ ਦਾ। ਤਾਂ ਉਹਨਾਂ ਦੇ ਵਿੱਚ ਤੇ ਤੁਹਾਡੇ 'ਚ ਕੀ ਫ਼ਰਕ ਹੈ? ਉਹਨਾਂ ਤੋਂ ਠੀਕ ਨਹੀਂ ਹੋਏ, ਤੁਹਾਡੇ ਤੋਂ ਠੀਕ ਹੋ ਗਿਆ, ਇੱਦਾਂ ਕਿੱਦਾਂ? ਦੇਖੋ, ਇਹਦੇ 'ਚ ਮੈਂ ਇੰਨੀ ਕੀ ਗੱਲ ਕਹਿਣਾ ਚਾਹੂੰਗਾ, ਮੈਨੂੰ ਨਹੀਂ ਪਤਾ ਕਿ ਬਾਕੀ ਕੀ ਕਰਦੇ ਕੀ ਨਹੀਂ ਕਰਦੇ, ਬਟ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਅਸੀਂ ਸਿਰਫ ਨਾ ਉਹਨੂੰ ਇਹ ਨਹੀਂ ਮੰਨ ਕੇ ਚੱਲਦੇ ਕਿ ਬਿਮਾਰੀ ਠੀਕ ਨਹੀਂ ਹੋ ਸਕਦੀ, ਔਰ ਅਸੀਂ ਸਿਰਫ ਉਹਨੂੰ ਦਵਾਈ ਦੇ ਉੱਤੇ ਲੈ ਕੇ ਨਹੀਂ ਚੱਲਦੇ। ਅਸੀਂ ਉਸ ਪੁਆਇੰਟ ਨੂੰ ਪਕੜਨ ਦੀ ਕੋਸ਼ਿਸ਼ ਕਰਦੇ ਹਾਂ ਕਿ ਬੰਦਾ ਬਿਮਾਰ ਕਿਉਂ ਹੈ। ਇਹਨੂੰ ਸਾਈਕੋ ਐਨਾਲਿਸਿਸ ਬੋਲਦੇ ਆ, ਕਿ ਮਨ ਨੂੰ ਸਮਝਣਾ ਕਿ ਬੰਦੇ ਦੇ ਮਨ ਵਿੱਚ ਉਹ ਕਿਹੜੀ ਗੱਲ ਹੈ ਜਿਸ ਕਰਕੇ ਉਹ ਠੀਕ ਨਹੀਂ ਹੋ ਰਿਹਾ। ਠੀਕ ਹੈ, ਜਾਂ ਫਿਰ ਉਹ ਕਿਹੜਾ ਪ੍ਰੋਸੈਸ ਐਕਟਿਵ ਹੋਇਆ ਪਿਆ ਮਾਈਂਡ ਦੇ ਵਿੱਚ, ਜਿਹੜਾ ਪ੍ਰੋਸੈਸ ਐਕਟਿਵ ਕਰਕੇ ਉਹ ਠੀਕ ਨਹੀਂ ਹੋ ਰਿਹਾਗਾ। ਠੀਕ ਹੈ, ਅਗਰ ਆਪਾਂ ਉਸ ਪ੍ਰੋਸੈਸ ਨੂੰ ਬੰਦ ਕਰ ਦਈਏ ਜਿਹੜਾ ਉਹਨੂੰ ਬਿਮਾਰ ਕਰ ਰਿਹਾ, ਤਾਂ ਬੰਦਾ ਠੀਕ ਹੋ ਸਕਦਾ। ਤਾਂ ਇਸ ਕਰਕੇ ਸਾਡਾ ਜਿਹੜਾ ਫੋਕਸ ਹੈ ਨਾ, ਮੰਨ ਲਓ ਕੀ ਹੁੰਦਾ ਕਿ ਕਿਸੇ ਨੇ ਕਿਹਾ ਜੀ ਮੈਨੂੰ ਨੀਂਦ ਨਹੀਂ ਆ ਰਹੀ, ਠੀਕ ਹੈ, ਔਰ ਆਪਾਂ ਉਹਨੂੰ ਨੀਂਦ ਨਾ ਆਉਣ ਕਰਕੇ ਉਹਨੂੰ ਨੀਂਦ ਦਾ ਇਲਾਜ ਕਰੀ ਜਾਂਦੇ ਹਾਂ। ਅਸੀਂ ਦੇਖਦੇ ਹਾਂ ਕਿ ਨੀਂਦ ਕਿਉਂ ਨਹੀਂ ਆ ਰਹੀ, ਉਹ ਜਿੱਥੋਂ ਨਹੀਂ ਆ ਰਹੀ, ਉਹ ਜਿਹੜਾ ਰੀਜ਼ਨ, ਅਸੀਂ ਉਸ ਦੇ ਉੱਤੇ ਕੰਮ ਕਰਦੇ ਹਾਂ। ਅਸੀਂ ਕਦੇ ਨੀਂਦ 'ਤੇ ਕੰਮ ਹੀ ਨਹੀਂ ਕਰਦੇ। ਜੇ ਕਿਸੇ ਨੂੰ ਐਂਗਜ਼ਾਇਟੀ ਹੈ, ਮੈਂ ਕਦੇ ਐਂਗਜ਼ਾਇਟੀ 'ਤੇ ਕੰਮ ਨਹੀਂ ਕਰਦਾ। ਐਂਗਜ਼ਾਇਟੀ ਹੈਗੀ ਕਿਉਂ ਹੈ, ਉਹ ਕਿਹੜੇ ਸੋਚ ਹੈ ਜਿਹੜੀ ਉਹਨੂੰ ਡਰਾ ਰਹੀ ਹੈ, ਅਸੀਂ ਉਹ ਸੋਚ 'ਤੇ ਕੰਮ ਕਰਦੇ ਹਾਂ। ਤੇ ਪਤਾ ਕਿੱਦਾਂ ਲੱਗੂਗਾ? ਕਈ ਵਾਰ ਬੰਦੇ ਨੂੰ ਉੱਦਾਂ ਵੀ ਨੀਂਦ ਨਹੀਂ ਆਉਂਦੀ, ਪਤਾ ਕਿੱਦਾਂ ਲੱਗੂਗਾ ਕਿ ਹਾਂ ਅਸੀਂ ਡਿਪਰੈਸ਼ਨ 'ਚ ਹੈ, ਸਾਨੂੰ ਐਂਗਜ਼ਾਇਟੀ ਹੋ ਰਹੀ ਹੈ? ਕਿੱਦਾਂ ਪਤਾ ਲੱਗੂਗਾ? ਤੇ ਸਿੰਪਟਮਸ ਕੀ ਨੇ? ਦੇਖੋ, ਇਹਦੇ ਛੋਟੇ ਛੋਟੇ ਸਿੰਪਟਮਸ ਹੈ ਜਿਹੜੇ ਦੱਸਣਾ ਚਾਹੁੰਦਾ ਮੈਂ। ਬਹੁਤ ਸਾਰੇ ਲੋਕ ਕੀ ਹੁੰਦੇ ਕਿ ਉਹ ਸ਼ੁਰੂਆਤੀ ਦੌਰ 'ਚ ਹੁੰਦੇ ਹੈ, ਔਰ ਕਾਫੀ ਲੋਕ ਅਜੇ ਵੀ ਹੁੰਦੇ ਜਿਹੜੇ ਕਿ ਨਾ ਕਾਫੀ ਵਿੱਚ ਜਾ ਚੁੱਕੇ, ਲੇਕਿਨ ਉਹਨਾਂ ਨੂੰ ਪਤਾ ਨਹੀਂ ਲੱਗਦਾ। ਮੈਂ ਇਹਦੇ ਵਾਸਤੇ ਛੋਟੇ ਛੋਟੇ ਐਗਜ਼ਾਮਪਲ ਦੱਸਣਾ ਚਾਹੂੰਗਾ। ਕੁਛ ਜਿਹੜੇ ਮੈਡੀਕਲ ਦੱਸਦੀ ਹੈ, ਮੈਂ ਉਹ ਹਿਸਾਬ ਨਾਲ ਨਹੀਂ ਦੱਸੂੰਗਾ, ਇੱਕ ਸਿੰਪਲ ਚੀਜ਼ਾਂ ਦੱਸੂੰਗਾ ਜਦੋਂ ਕਿ ਇਨਸਾਨ ਨੂੰ ਪਤਾ ਲੱਗ ਜੇ ਕਿ ਉਹਨੂੰ ਹੁਣ ਲੋੜ ਹੈ। ਮੇਨ ਗੱਲ ਇਹ ਹੈ ਕਿ ਜਿੰਨੇ ਵੀ ਆਪਾਂ ਬਿਮਾਰੀਆਂ ਦੇਖਦੇ ਹਾਂ, ਚਾਹੇ ਉਹ ਡਿਪਰੈਸ਼ਨ ਹੈ, ਐਂਗਜ਼ਾਇਟੀ ਹੈ, ਨੀਂਦ ਦੀ ਪ੍ਰੋਬਲਮ ਹੈ, OCD ਦੀ ਪ੍ਰੋਬਲਮ ਹੈਗੀਆਂ, ਹੋਰ ਬਹੁਤ ਸਾਰੀ ਪ੍ਰੋਬਲਮਸ ਹੈਗੀਆਂ, ਪੈਨਿਕ ਅਟੈਕ ਹੈ, ਠੀਕ ਹੈ, ਇਹ ਸਾਰੀ ਪ੍ਰੋਬਲਮ 'ਚ ਨਾ ਇੱਕ ਗੱਲ ਕਾਮਨ ਹੁੰਦੀ ਹੈ। ਕੀ ਕਾਮਨ ਹੁੰਦੀ ਹੈ? ਕਿ ਉਹਨਾਂ ਦਾ ਦਿਮਾਗ ਜਿਹੜਾ ਹੈ ਉਹਨਾਂ ਦੇ ਆਖੇ ਨਹੀਂ ਲੱਗਦਾ। ਕਿਵੇਂ ਨਹੀਂ ਆਖੇ ਲੱਗਦਾ? ਕਿ ਮੈਂ ਸੋਚਦਾ ਕਿ ਡਿਪਰੈਸ਼ਨ ਵਾਲਾ ਬੰਦਾ ਕੀ ਕਰਦਾ ਜੀ, ਕੰਮ ਕਰਨ ਦਾ ਜੀਅ ਨਹੀਂ ਕਰਦਾ। ਉਹ ਕੰਮ ਕਰਨਾ ਚਾਹੁੰਦਾ ਹੈ, ਲੇਡੀਜ਼ ਕੰਮ ਕਰਨਾ ਚਾਹੁੰਦੀ ਉੱਠ ਕੇ, ਲੇਕਿਨ ਕੀ ਕਹੂਗੀ ਕਿ ਮੇਰਾ ਕੰਮ ਕਰਨ ਦਾ ਜੀਅ ਨਹੀਂ ਕਰਦਾ, ਮੇਰੇ ਦੁਕਾਨ 'ਤੇ ਜਾਣ ਦਾ ਜੀਅ ਨਹੀਂ ਕਰਦਾ, ਮੇਰਾ ਪੜ੍ਹਨ ਦਾ ਜੀਅ ਨਹੀਂ ਕਰਦਾ। ਮੈਂ ਸੋਚਦਾ ਹੈ ਕਿ ਮੈਂ ਉਸ ਬਾਰੇ ਨਾ ਸੋਚਾਂ, ਪਰ ਮੇਰਾ ਦਿਮਾਗ ਉਹੀ ਸੋਚਦਾ ਰਹਿੰਦਾ ਹੈ। ਮਤਲਬ ਦਿਮਾਗ ਜਿਹੜਾ ਹੈ ਇਨਸਾਨ ਦੇ ਆਖੇ ਨਹੀਂ ਲੱਗ ਰਿਹਾ।
है ना। ਜਦੋਂ ਇਨਸਾਨ ਇਸ ਸਿਚੁਏਸ਼ਨ 'ਚ ਆਪਦੇ ਆਪ ਨੂੰ ਫੀਲ ਕਰੇ ਕਿ ਉਹਦਾ ਦਿਮਾਗ ਜਿਹੜਾ ਹੈ ਉਹਦੇ ਆਖੇ ਨਹੀਂ ਲੱਗ ਰਿਹਾ ਔਰ ਆਪਦੇ ਆਪ ਭੱਜੀ ਜਾ ਰਿਹਾ ਹੈ, ਬਹੁਤ ਜ਼ਿਆਦਾ ਸੋਚੀ ਜਾ ਰਿਹਾ ਹੈ ਜਾਂ ਨੈਗੇਟਿਵ ਸੋਚੀ ਜਾ ਰਿਹਾ ਹੈ, ਤਾਂ ਆਪਾਂ ਕਹਿ ਸਕਦੇ ਹਾਂ, ਇਹ ਤਾਂ ਨਹੀਂ ਮੈਂ ਗੱਲ ਕਹੂੰਗਾ ਕਿ ਉਹ ਡਿਪਰੈਸ਼ਨ 'ਚ ਹੈ ਜਾਂ ਐਂਗਜ਼ਾਇਟੀ 'ਚ ਹੈ, ਕੋਈ ਹੋਰ ਪ੍ਰੋਬਲਮ ਹੈ, ਲੇਕਿਨ ਇਹ ਜ਼ਰੂਰ ਕਹਿ ਸਕਦੇ ਹੋ ਕਿਸੇ ਨਾ ਕਿਸੇ ਮਾਨਸਿਕ ਸਮੱਸਿਆ ਦੇ ਵਿੱਚ ਹੈ। ਅਗਰ ਉਹ ਇਸ ਨੂੰ ਨਹੀਂ ਹੱਲ ਕਰਦਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਇਹ ਸਮੱਸਿਆ ਵੱਡਾ ਰੂਪ ਲੈ ਸਕਦੀ ਹੈ। ਵੱਡਾ ਰੂਪ ਦਾ ਮਤਲਬ ਵੱਡਾ ਡਿਪਰੈਸ਼ਨ ਹੋ ਸਕਦਾ ਹੈ, ਵੱਡੀ ਐਂਗਜ਼ਾਇਟੀ ਹੋ ਸਕਦੀ ਹੈ। ਜਿਵੇਂ ਐਂਗਜ਼ਾਇਟੀ ਦੇ ਵਿੱਚ ਇੱਕ ਚੀਜ਼ ਹੈ ਘਬਰਾਹਟ ਰਹਿਣਾ, ਠੀਕ ਹੈ, ਵੀ ਉਹਨੂੰ ਘਬਰਾਹਟ ਰਹੂਗੀ ਕਿ ਮੈਨੂੰ ਵਾਰੀ ਵਾਰੀ ਘਬਰਾਹਟ ਹੁੰਦੀ ਹੈ, ਅੱਖਾਂ 'ਤੇ ਭਾਰੀਪਨ ਰਹਿਣਾ, ਸਿਰ 'ਤੇ ਭਾਰੀਪਨ ਰਹਿਣਾ ਜਾਂ ਦਰਦ ਰਹਿਣਾ, ਗੋਲੀਆਂ ਖਾਈ ਜੋ, ਦਵਾਈਆਂ ਖਾਈ ਜੋ, ਠੀਕ ਨਹੀਂ ਹੁੰਦਾ ਗਾ। ਤਾਂ ਮਤਲਬ ਸਿਰ ਦੇ ਵਿੱਚ ਅਗਰ ਭਾਰੀਪਨ ਹੈ ਔਰ ਅੱਖਾਂ 'ਤੇ ਭਾਰੀਪਨ ਹੈ, ਇਹਦੇ ਇਲਾਵਾ ਜਿਵੇਂ ਆਪਾਂ ਦੱਸ ਰਹੇ ਹਾਂ ਨੀਂਦ ਦੇ ਵਿੱਚ ਸਮੱਸਿਆ ਆਉਣੀ ਸ਼ੁਰੂ ਹੋ ਗਈ, ਵਾਰੀ ਦਿੱਕਤ ਆ ਰਹੀ, ਆਪਾਂ ਨੀਂਦ ਦੀ ਗੋਲੀ ਵੀ ਲੈ ਰਹੀ, ਲੇਕਿਨ ਸੌਣ ਦੇ ਟਾਈਮ ਮਾਈਂਡ ਚੱਲੀ ਜਾ ਰਿਹਾ। ਇਹ ਛੋਟੇ ਛੋਟੇ ਸਿੰਪਟਮ ਹੈਗੇ ਆ, ਜਿਵੇਂ ਕੰਮ ਕਰਨ ਦਾ ਦਿਲ ਨਾ ਕਰਨਾ, ਗੱਲਾਂ ਬਾਤਾਂ ਕਰਨ ਦਾ ਦਿਲ ਨਾ ਕਰਨਾ, ਜਿਹੜੇ ਆਪਾਂ ਰੋਜ਼ ਕੰਮ ਕਰਦੇ ਸੀ, ਖੇਡਦੇ ਸੀ, ਗੱਲਾਂ ਕਰਦੇ ਸੀ, ਉਹਦਾ ਉਹ ਜਿਹੜੇ ਮਨ ਨੂੰ ਭਾਵਨ ਦੀ ਚੀਜ਼ਾਂ ਹੁੰਦੀਆਂ ਉਹ ਹੌਲੀ ਹੌਲੀ ਉੱਥੇ ਆਪਾਂ ਦੂਰ ਹੋਣ ਲੱਗ ਜਾਂਦੇ ਹਾਂ। ਜ਼ਰੂਰੀ ਕੰਮ ਕਰਨ ਦਾ ਜੀਅ ਨਹੀਂ ਕਰਦਾ ਗਾ, ਵੀ ਪਤਾ ਹੈ ਵੀ ਨਹੀਂ ਕਰੂੰਗਾ ਤਾਂ ਲੋਸ ਹੋ ਜਾਊਗਾ, ਵੀ ਕਰਨਾ ਜ਼ਰੂਰੀ ਹੈ, ਪਰ ਆਪਣੀ ਹਿੰਮਤ ਨਹੀਂ ਆਉਂਦੀ ਮੈਂ ਕਰ ਲਵਾਂ। ਇਹ ਸਾਰੀਆਂ ਸਮੱਸਿਆਵਾਂ ਅਗਰ ਦੇਖੀ ਜਾਏ, ਮੈਂ ਅੱਡ ਨਹੀਂ ਕਰ ਰਿਹਾ ਵੀ ਇਹ ਡਿਪਰੈਸ਼ਨ ਹੈ ਜਾਂ ਐਂਗਜ਼ਾਇਟੀ ਹੈ, ਇਹ ਸਿੰਪਟਮ ਦੱਸਿਆ ਵੀ ਕੋਈ ਨਾ ਕੋਈ ਇਹ ਸਮੱਸਿਆ ਹੈਗੀ ਹੈ। ਭਾਜੀ ਉਹਨੂੰ ਆਲਸ ਨਹੀਂ ਕਹਿੰਦੇ ਫਿਰ? ਆਲਸ ਅਲੱਗ ਚੀਜ਼ ਹੈ। ਆਲਸ ਕੀ ਹੈ ਕਿ ਮੰਨ ਲਓ ਮੈਂ ਬੈਠਾ ਔਰ ਮੈਂ ਸੋਚਦਾ ਕਿ ਕੰਮ ਕਰਨਾ, ਚੱਲ ਕਰ ਲਾਂਗੇ, ਹੈ ਨਾ। ਇੱਕ ਹੁੰਦਾ ਕਰਨ ਦਾ ਜੀਅ ਨਾ ਕਰਨਾ, ਵੀ ਯਾਰ ਮੇਰੇ ਤੋਂ ਹੁੰਦਾ ਨਹੀਂ, ਮੈਂ ਨਹੀਂ ਕਰਨਾ, ਦੋਵਾਂ 'ਚ ਫਰਕ ਹੈ। ਵੀ ਕਰਨ ਦਾ ਆਲਸ ਦੇ ਵਿੱਚ ਕੀ ਹੋ ਗਿਆ ਕਿ 10 ਵਜੇ ਵਾਲਾ ਕੰਮ ਆਪਾਂ 11 ਵਜੇ ਕਰੀ ਜਾਂਦੇ, 12 ਵਜੇ ਕਰੀ ਜਾਂਦੇ, ਜੇ ਕਰੀ ਜਾਂਦੇ ਉਹ ਤਾਂ ਕਰੀ ਜਾਂਦੇ ਆ, ਠੀਕ ਹੈ। ਮੈਂ ਮੰਨ ਲਓ ਮੈਂ ਦੁਕਾਨ 'ਤੇ ਜਾਣਾ ਹੈ, ਮੈਂ 10 ਵਜੇ ਦੀ ਥਾਂ 'ਤੇ 11 ਵਜੇ ਜਾਈ ਜਾਂਦਾ, ਠੀਕ ਹੈ, ਉਹ ਆਲਸ ਹੋ ਗਿਆ, ਉਹਨੂੰ ਡਿਲੇ ਕਰਨਾ। ਲੇਕਿਨ ਕੰਮ ਕਰਨ ਦਾ ਜੀਅ ਹੀ ਨਾ ਕਰਨਾ, ਠੀਕ ਹੈ, ਉਹ ਆਪਣੀ ਇੱਕ ਬਿਮਾਰੀ ਦਾ ਹਿੱਸਾ ਹੈ। ਤੇ ਜਿਵੇਂ ਕਹਿੰਦੇ ਆ ਮੁਸਕਰਾਤਾ ਭਾਰਤ ਪੇਜ ਬਣਾਇਆ ਤੁਸੀਂ, ਕੀ ਸੋਚ ਕੇ ਨਾਮ ਰੱਖਿਆ ਸੀ, ਪਹਿਲਾਂ ਤਾਂ ਇਹ ਦੱਸੋ। ਦੇਖੋ ਮੈਂ ਇੱਕ ਸੱਚਾਈ ਦੱਸਾਂ ਤੁਹਾਨੂੰ, ਮੈਨੂੰ ਕਦੇ ਕਦੇ ਐਂ ਲੱਗਦਾ ਇਹ ਨਾਮ ਮੈਂ ਨਹੀਂ ਰੱਖਿਆ। ਇਹ ਕਿਵੇਂ ਨਹੀਂ ਰੱਖਿਆ ਗਾ ਕਿ ਸਾਡੇ ਕੋਲ ਨਾ ਪਹਿਲਾਂ ਮੈਂ ਇਹਨੂੰ ਨਾਮ ਚਲਾ ਰੱਖਿਆ ਸੀਗਾ ਇੰਡੀਆ ਮੈਂਟਲ ਹੈਲਥ ਮਿਸ਼ਨ, ਵੀ ਇੰਡੀਆ ਦੀ ਮੈਂਟਲ ਹੈਲਥ ਨੂੰ ਸਹੀ ਕਰਨਾ ਮਿਸ਼ਨ ਰੱਖਣਾ ਹੈ। ਤਾਂ ਉਹਦੇ ਨੀਚੇ ਨਾ ਅਸੀਂ ਇੱਕ ਸਲੋਗਨ ਰੱਖਣਾ ਸੀਗਾ, ਠੀਕ ਹੈ। ਸਲੋਗਨ ਕੀ ਰੱਖੀਏ, ਤਾਂ ਅਸੀਂ ਸਲੋਗਨ ਸੋਚਿਆ ਕਿ ਸਾਡਾ ਮਕਸਦ ਕੀ ਹੈ। ਸਲੋਗਨ ਦੇ ਵਿੱਚ ਹੁੰਦਾ ਕਿ ਆਪਾਂ ਇੱਕ ਚੀਜ਼ ਦੱਸਣੀ ਹੈ ਲੋਕਾਂ ਨੂੰ ਵੀ ਸਾਡਾ ਮਕਸਦ ਕੀ ਹੈ, ਵੀ ਅਸੀਂ ਕਿਉਂ ਚਲਾ ਰੱਖਿਆ ਹੈ। ਤਾਂ ਉਹਦੀ ਲਾਈਨ ਅਸੀਂ ਲਿਖੀ ਵੀ ਸਾਡਾ ਲਕਸ਼ ਹੈ, ਮਤਲਬ ਹਿੰਦੀ 'ਚ ਹਮਾਰਾ ਲਕਸ਼ ਹੈ ਮੁਸਕਰਾਤਾ ਭਾਰਤ, ਠੀਕ ਹੈ। ਲੇਕਿਨ ਨਾਲ ਦੇ ਨਾਲ ਮੈਨੂੰ ਇੱਕ ਚੀਜ਼ ਟੱਚ ਹੋਈ, ਫੀਲ ਹੋਇਆ ਕਿ ਸਾਡੇ ਕੋਲ ਜਿੰਨੇ ਵੀ ਲੋਕ ਆਉਂਦੇ, ਤੁਸੀਂ ਦੇਖਿਓ ਸਾਡੀ ਵੀਡੀਓਜ਼ ਦੇਖਿਓ, ਜਿਹੜੇ ਬੰਦੇ ਬਹੁਤ ਜ਼ਿਆਦਾ ਪਰੇਸ਼ਾਨ ਸੀ ਔਰ ਇਨ ਦਾ ਐਂਡ ਜਦੋਂ ਦੱਸਦੇ ਹੈ ਉਹਨਾਂ ਦੇ ਫੇਸ 'ਤੇ ਸਮਾਈਲ ਹੁੰਦੀ ਹੈ, ਖੁਸ਼ੀ ਹੁੰਦੀ ਹੈ ਕਿ ਅਸੀਂ ਠੀਕ ਹੋ ਗਏ, ਅਸੀਂ ਹੁਣ ਬਹੁਤ ਖੁਸ਼ ਹਾਂ, ਸਾਡੀ ਜ਼ਿੰਦਗੀ 'ਚ ਖੁਸ਼ੀ ਵਾਪਸ ਆ ਗਈ, ਸਾਡੇ ਘਰ ਦੇ ਵਿੱਚ ਹੈਪੀਨੈਸ ਵਾਪਸ ਆ ਗਈ, ਇਹ ਚੀਜ਼ਾਂ ਸਾਹਮਣੇ ਆਉਂਦੀਆਂ। ਤਾਂ ਜਦੋਂ ਉਹਨਾਂ ਦੀ ਉਹ ਖੁਸ਼ੀ ਅਸੀਂ ਵੇਖੀ ਤਾਂ ਉਹੀ ਸਾਡਾ ਲਕਸ਼ ਸੀਗਾ ਮੁਸਕਰਾਤਾ ਭਾਰਤ। ਤਾਂ ਉਹ ਨਾਮ ਆਪਣੇ ਆਪ ਹੀ ਮੈਨੂੰ ਐਂ ਲੱਗਦਾ ਵੀ ਰੱਬ ਦੇ ਤਰਫੋਂ ਪ੍ਰਗਟ ਹੋਇਆ, ਠੀਕ ਹੈ। ਮੈਂ ਆਪਦੇ ਐਂ ਨਹੀਂ ਕਹਿੰਦਾ ਵੀ ਰੱਬ ਨੇ ਦਿੱਤਾ, ਬਟ ਇੱਕ ਆਪਦੇ ਜਿਹੜੀ ਮੇਰੀ ਮਨ ਦੀ ਗੱਲ ਹੈ ਕਿ ਮੈਂ ਨਹੀਂ ਰੱਖਿਆ ਇਹ ਨਾਮ, ਇਹ ਕਹਿਣ ਲੱਗਿਆ ਸੀ ਮੌਕੇ 'ਤੇ ਜਿਵੇਂ ਪ੍ਰਗਟ ਹੋਇਆ। ਅਤੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸੀ ਨਾਮ ਦੀਆਂ, ਅਸੀਂ ਦੂਜੀ ਉਹ ਬਣਾ ਲਏ ਸੀ, ਲੋਗੋ ਵਗੈਰਾ ਸਭ ਕੁਝ ਬਣਾ ਲਿਆ ਸੀ। ਲੇਕਿਨ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਨਹੀਂ, ਇਹ ਰੱਬ ਦਾ ਇਸ਼ਾਰਾ ਹੈ ਕਿਤੇ ਨਾ ਕਿਤੇ, ਅਤੇ ਅਸੀਂ ਸਾਰਾ ਉਹਦਾ ਨਾਮ ਮੁਸਕਰਾਤਾ ਭਾਰਤ ਦੇ ਨਾਮ ਤੋਂ ਹੀ ਸ਼ੁਰੂ ਕਰਿਆ, ਕਿਉਂਕਿ ਲੋਕਾਂ ਨੂੰ ਇਸ ਸਾਡੇ ਕੋਲ ਜੁੜਨ ਤੋਂ ਬਾਅਦ ਸਮਾਈਲ ਉਹਨਾਂ ਦੇ ਫੇਸ 'ਤੇ ਆਉਂਦੀ ਹੈ, ਉਹੀ ਸਾਡਾ ਲਕਸ਼ ਹੈਗਾ, ਅਤੇ ਉਹ ਮੈਸੇਜ ਲੋਕਾਂ ਨੂੰ ਕਲੀਅਰ ਹੋਵੇ ਤਾਂ ਅਸੀਂ ਇਹਦਾ ਨਾਮ ਮੁਸਕਰਾਤਾ ਭਾਰਤ ਰੱਖਤਾ ਗਾ। ਜੀ ਵੈਸੇ ਅਸੀਂ ਦੇਖਦੇ ਹਾਂ ਕਿ ਜਿਹੜਾ ਡਿਪਰੈਸ਼ਨ ਦਾ ਟਰੀਟਮੈਂਟ ਹੁੰਦਾ ਆ ਜਾਂ ਐਂਗਜ਼ਾਇਟੀ ਦਾ ਹੁੰਦਾ ਆ, ਉਹ ਬਹੁਤ ਮਹਿੰਗਾ ਹੁੰਦਾ ਆ, ਹਰ ਕੋਈ ਅਫੋਰਡ ਨਹੀਂ ਕਰ ਸਕਦਾ। ਤੁਹਾਡੇ ਕੋਲ ਜਿਹੜਾ ਟਰੀਟਮੈਂਟ ਲੈਣ ਆਉਂਦਾ ਉਹ ਕਿੰਨੇ ਕੁ ਖਰਚਾ ਆਉਂਦਾ ਹੋਊਗਾ, ਕੁਝ ਐਸਟੀਮੇਟ ਹੋਵੇ, ਜਾਂ ਕਿੱਦਾਂ ਕੀ ਕਰਦੇ ਹੋ ਤੁਸੀਂ ਕਿ ਜੇ ਮੈਂ ਦੇਖੇ ਜ਼ਿਆਦਾਤਰ ਬਹੁਤ ਪੂਅਰ ਫੈਮਲੀਜ਼ ਤੋਂ ਆ ਰਹੇ ਨੇ, ਤਾਂ ਉਹ ਕਿੱਦਾਂ ਕਰਦੇ ਹੋ ਫਿਰ ਤੁਸੀਂ? ਦੇਖੋ ਤੁਸੀਂ ਬਹੁਤ ਸੋਹਣੀ ਗੱਲ ਪੁੱਛੀ ਹੈ। ਐਕਚੁਅਲੀ ਕੀ ਹੈ ਕਿ ਮੁਸਕਰਾਤਾ ਭਾਰਤ ਦਾ ਇਹ ਵੀ ਇੱਕ ਬਹੁਤ ਵੱਡਾ ਰੀਜ਼ਨ ਸੀ। ਮੈਂ ਦੇਖੋ ਇੱਥੇ 5-6 ਸਾਲਾਂ ਤੋਂ ਵਰਕ ਕਰੀ ਜਾਂਦੇ ਹਾਂ ਇਸ ਹਸਪੀਟਲ ਦੇ ਵਿੱਚ, ਨਾਲ ਡਾਕਟਰ ਸਾਹਿਬ ਮੇਰੇ ਹੈਗੇ, ਅਸੀਂ ਇਕੱਠੇ ਕੰਮ ਕਰਦੇ ਹਾਂ, ਠੀਕ ਹੈ। ਡਾਕਟਰ ਸਾਹਿਬ ਆਪਦੇ ਦਵਾਈਆਂ ਵਾਲਾ ਕੰਮ ਦੇਖਦੇ ਆ ਅਤੇ ਮੈਂ ਸਾਈਕੋਲੋਜੀਕਲ ਕੰਮ ਦੇਖਦਾ। ਹੁਣ ਕੀ ਹੋਇਆ ਕਿ ਜਦੋਂ ਮੇਰੇ ਕੋਲ ਆਉਂਦਾ ਸੀ, ਕਿਸੇ ਵੀ ਸਾਈਕੋਲੋਜਿਸਟ ਦੀ ਅਗਰ ਪਰਸਨਲ ਫੀਸ ਕਰੀਏ ਬਹੁਤ ਮਹਿੰਗੀ ਹੁੰਦੀ ਹੈ, 1000, 2000, 3000 ਰੁਪਏ ਇੱਕ ਸੈਸ਼ਨ ਦੀ ਫੀਸ ਹੁੰਦੀ ਹੈ। ਮੈਂ ਉਹ ਲੈ ਰਿਹਾ ਸੀ, ਆਪਦੀ ਫੀਸ ਲੈ ਰਿਹਾ ਸੀ, ਲੋਕਾਂ ਨੂੰ ਠੀਕ ਕਰ ਰਿਹਾ ਸੀਗਾ। ਲੇਕਿਨ ਇੱਕ ਟਾਈਮ ਤੋਂ ਬਾਅਦ ਮੈਨੂੰ ਅਹਿਸਾਸ ਹੋਣ ਲੱਗਿਆ ਕਿ ਆਪਣੇ ਕੋਲ ਆ ਕੇ ਇੰਨੇ ਲੋਕ ਠੀਕ ਹੋ ਰਹੇ ਹੈ ਕਿ ਇਹ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਕੋਲ ਪੈਸਾ ਹੈ, ਕਿ ਇਹ ਚੀਜ਼ ਲੋਕਾਂ ਤੱਕ ਨਹੀਂ ਪਹੁੰਚਣੀ ਚਾਹੀਦੀ, ਦੁਨੀਆ ਤੱਕ ਨਹੀਂ ਪਹੁੰਚਣੀ ਚਾਹੀਦੀ, ਜਾਂ ਜਿਨ੍ਹਾਂ ਕੋਲ ਪੈਸਾ ਘੱਟ ਹੈ ਉਹਨਾਂ ਕੋਲ ਨਹੀਂ ਜਾਣਾ ਚਾਹੀਦਾ। ਫਿਰ ਮੇਰੇ ਵਿਚਾਰ ਆਇਆ ਕਿ ਕੀ ਇਸ ਨੂੰ ਕੁਝ ਐਜ਼ ਅ ਡਿਜ਼ਾਈਨ ਕੀਤਾ ਜਾ ਸਕਦਾ ਹੈ ਕਿ ਜਿਹੜੇ ਲੋਕਾਂ ਕੋਲ ਪੈਸਾ ਘੱਟ ਹੈ, ਜਿਹੜੇ ਮੇਰੇ ਤੱਕ ਨਹੀਂ ਪਹੁੰਚ ਸਕਦੇ, ਆਪਦੇ ਘਰੇ ਬੈਠੇ ਹੈ, ਵੀ ਉਹਨਾਂ ਤੱਕ ਇਹ ਚੀਜ਼ਾਂ ਪਹੁੰਚ ਸਕਦੀਆਂ ਕਿ ਨਹੀਂ ਪਹੁੰਚ ਸਕਦੀਆਂ। ਹੁਣ ਮੰਨ ਲਓ 100 ਲੋਕ ਬਿਮਾਰ ਹੈ, ਤਾਂ ਮੈਂ ਨਹੀਂ ਕਹਿੰਦਾ ਵੀ 100 ਲੋਕਾਂ ਤੱਕ ਪਹੁੰਚੇ, ਵੀ 50 ਲੋਕਾਂ ਤੱਕ, 60 ਲੋਕਾਂ ਤੱਕ ਪਹੁੰਚ ਸਕਦੀ ਹੈ ਕਿ ਨਹੀਂ ਪਹੁੰਚ ਸਕਦੀ, ਵੀ ਜਿੰਨਾ ਦਾ ਫਾਇਦਾ ਹੋ ਜੇ ਉਹ ਚੰਗੀ ਗੱਲ ਹੈ। ਉਸ ਤੋਂ ਬਾਅਦ ਮੈਂ ਆਪਦੇ ਸਾਰੇ ਕੋਰਸ ਨੂੰ ਇੱਕ ਕੋਰਸ ਦੇ ਰੂਪ 'ਚ ਬਣਾਇਆ, ਵੀ ਜਿਸ ਨਾਲ ਕੋਈ ਵੀ ਪਰਸਨ ਘਰੇ ਬੈਠ ਕੇ ਬਹੁਤ ਨੋਮੀਨਲ ਜੀ ਫੀਸ 1000, 1500, 700, 800, ਮਤਲਬ ਇੱਕ ਨੋਰਮਲ ਜੀ ਫੀਸ 'ਤੇ ਅਸੀਂ ਉਹਨਾਂ ਨੂੰ ਇੱਕ ਕੋਰਸ ਦਿੰਦੇ ਹਾਂ,
ਠੀਕ ਹੈ। ਜਿਸ ਦਾ ਕੋਰਸ ਦਾ ਕੀ ਹੁੰਦਾ ਕਿ ਉਹਨੇ ਘਰੇ ਬੈਠ ਕੇ ਕਰਨਾ ਹੈ, ਆਨਲਾਈਨ ਕਰਨਾ ਹੈ, ਔਰ ਉਸ ਨੂੰ ਕਰਨ ਤੋਂ ਬਾਅਦ ਅਗਰ ਉਹਨੂੰ ਫਾਇਦਾ ਨਹੀਂ ਹੁੰਦਾ, ਬਾਅਦ ਦਾ ਮਤਲਬ ਹੈ ਕਿ ਅਸੀਂ 10 ਕਲਾਸਾਂ ਦਾ ਕੋਰਸ ਦਿੰਦੇ ਹਾਂ, ਪਹਿਲਾ ਕੋਰਸ 10 ਕਲਾਸਾਂ ਦੇ ਦਿੰਦੇ ਹਾਂ। ਅਗਰ ਉਹਨੂੰ ਪਹਿਲੇ 5 ਕਲਾਸਾਂ 'ਚ ਫਾਇਦਾ ਨਹੀਂ ਹੁੰਦਾ ਤੇ ਉਹ ਜਿਹੜੇ ਉਹਨੇ ਛੋਟੀ ਮੋਟੀ ਫੀਸ ਦਿੱਤੀ ਹੈ, ਜੋ ਵੀ ਹੈ, ਉਹ ਟਾਈਮ ਟੂ ਟਾਈਮ ਚੇਂਜ ਹੁੰਦੀ ਰਹਿੰਦੀ ਹੈ, ਦੇਖੋ ਜ਼ਰੂਰਤਾਂ ਦੇ ਹਿਸਾਬ ਨਾਲ, ਕੋਰਸ ਦੇ ਹਿਸਾਬ ਨਾਲ ਚੇਂਜ ਹੁੰਦੀ ਰਹਿੰਦੀ ਹੈ, ਠੀਕ ਹੈ। ਉਹਨੇ ਜਿਹੜੀ ਫੀਸ ਦਿੱਤੀ ਹੈ ਉਹ ਵੀ ਉਹ ਵਾਪਸ ਲੈ ਸਕਦਾ ਹੈ। ਜੇ ਇਲਾਜ ਨਹੀਂ ਹੋਇਆ ਤਾਂ ਪੈਸੇ ਵਾਪਸ, ਇਹ ਸਕੀਮ ਹੈ ਜੀ ਹਾਂ, ਇਹ ਤੁਸੀਂ ਕਹਿ ਸਕਦੇ ਹੋ। ਦੇਖੋ ਕੀ ਚੀਜ਼ ਹੁੰਦੀ, ਮੈਂ ਇੱਕ ਗੱਲ ਦੱਸਦਾ। ਅੱਜ ਮੰਨ ਲਓ ਸਾਡੇ ਬਾਰੇ ਲੋਕੀ ਸੁਣ ਰਹੇ ਆ, ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਵੀ ਸਾਡੇ ਕੋਲ ਲੋਕ ਠੀਕ ਹੋ ਰਹੇ ਆ। ਹੁਣ ਕੀ ਹੁੰਦਾ ਕਿ ਸਾਡੇ ਕੋਲ ਕੋਈ ਇਨਸਾਨ ਆ ਗਿਆ, ਠੀਕ ਹੈ, ਸਾਡੇ ਕੋਲ 100 ਲੋਕ ਆਏ, ਉਹਨਾਂ 'ਚ ਮੰਨ ਲਓ 70 ਲੋਕ ਠੀਕ ਹੋ ਗਏ, ਉਹ 30 ਲੋਕਾਂ ਦਾ ਕੀ ਜਿਹੜੇ ਠੀਕ ਨਹੀਂ ਹੋਏ? ਉਹਨਾਂ ਨੂੰ ਲੱਗੂਗਾ ਕਿ ਉਹ ਤਾਂ ਇਹੀ ਕਹਿਣਗੇ ਵੀ ਸਾਡੇ ਨਾਲ ਫਰੋਡ ਹੋ ਗਿਆ ਜੀ, ਝੂਠ ਹੋ ਗਿਆ, ਸਾਨੂੰ ਠੀਕ ਨਹੀਂ ਕਰਿਆ। ਇਸ ਕਰਕੇ ਅਸੀਂ ਕੀ ਕਰਿਆ ਕਿ ਦੇਖੋ ਵੀ ਅਸੀਂ ਰੱਬ ਤਾਂ ਹੈ ਨਹੀਂ ਵੀ ਅਸੀਂ 100 ਦੇ 100 ਲੋਕਾਂ ਨੂੰ ਠੀਕ ਕਰ ਦਾਂਗੇ, ਲੇਕਿਨ ਸਾਨੂੰ ਇਹ ਪਤਾ ਹੈ ਕਿ 60-70% ਲੋਕ, 80% ਲੋਕ ਸਾਡੇ ਕੋਰਸ ਨਾਲ ਠੀਕ ਹੋ ਸਕਦੇ ਹੈ। ਲੇਕਿਨ ਹੁਣ ਆਪਾਂ ਨੂੰ ਕੀ ਪਤਾ ਕਿ ਕੌਣ ਠੀਕ ਹੋ ਸਕਦਾ, ਕੌਣ ਨਹੀਂ ਹੋ ਸਕਦਾ? ਇਹ ਤਾਂ ਕੋਰਸ ਲੈਣ ਤੋਂ ਬਾਅਦ ਹੀ ਪਤਾ ਲੱਗੂਗਾ। ਇਸ ਕਰਕੇ ਅਸੀਂ ਕੋਰਸ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕਰਿਆ ਕਿ ਦੇਖੋ ਤੁਸੀਂ 5 ਕਲਾਸਾਂ ਲਾਓ, 5 ਕਲਾਸਾਂ ਲਾਉਣ ਦੇ ਵਿੱਚ ਤੁਹਾਨੂੰ ਅਗਰ ਇੰਪਰੂਵਮੈਂਟ ਲੱਗਦਾ, ਤੁਹਾਨੂੰ ਲੱਗਦਾ ਵੀ ਮੈਨੂੰ ਪਹਿਲਾਂ ਨਾਲੋਂ 20%, 50%, 60% ਇੰਪਰੂਵਮੈਂਟ ਹੈ, ਤੇ ਤੁਸੀਂ ਕੋਰਸ ਪੂਰਾ ਕਰ ਲਓ। ਜੇ ਤੁਹਾਨੂੰ ਲੱਗਦਾ ਵੀ ਮੈਂ ਗਲਤੀ ਨਾਲ ਕੋਰਸ ਜੁਆਇਨ ਕਰ ਲਿਆ, ਮੈਨੂੰ ਫਾਇਦਾ ਨਹੀਂ ਹੋ ਰਿਹਾ, ਜਾਂ ਮੇਰੀ ਬਿਮਾਰੀ ਦਾ ਇਲਾਜ ਇੱਥੇ ਹੈ ਨਹੀਂ, ਤੇ ਤੁਸੀਂ ਆਪਦੀ ਪੇਮੈਂਟ ਵਾਪਸ ਲੈ ਸਕਦੇ ਹੋ, ਠੀਕ ਹੈ। ਔਰ ਦੂਜੀ ਗੱਲ ਇਸ ਦੇ ਵਿੱਚ ਕੀ ਹੈ ਕਿ ਇੱਕ ਬਹੁਤ ਜ਼ਰੂਰੀ ਚੀਜ਼ ਹੈ, ਜਿਵੇਂ ਤੁਸੀਂ ਕਿਹਾ ਵੀ ਗਰੰਟੀ ਵਾਲੀ ਗੱਲ ਤੁਸੀਂ ਕਹਿ ਰਹੇ ਸੀ। ਐਕਚੁਅਲੀ ਗਰੰਟੀ ਦਾ ਗੱਲ ਇਹ ਹੈ ਕਿ ਨਾ ਇਹ ਜਿਹੜੀ ਮਾਨਸਿਕ ਸਮੱਸਿਆਵਾਂ ਹੁੰਦੀਆਂ, ਇਹਨਾਂ ਦੇ ਨਾ ਸਟੈਪ ਹੁੰਦੇ ਆ ਅਲੱਗ-ਅਲੱਗ, ਠੀਕ ਹੈ। ਕੁਛ ਲੋਕ ਤਾਂ ਸਾਡੇ ਕੋਲ ਪਹਿਲੇ ਕੋਰਸ 'ਚ ਆ ਕੇ 100% ਠੀਕ ਹੋ ਜਾਂਦੇ ਹੈ, ਕੁਛ ਲੋਕ ਸਾਡੇ ਪਹਿਲੇ ਕੋਰਸ ਦੇ ਵਿੱਚ ਆ ਕੇ 50% ਠੀਕ ਹੋ ਜਾਂਦੇ, 70% ਠੀਕ ਹੋ ਜਾਂਦੇ ਹੈ। ਜੇਕਰ ਉਹਨਾਂ ਨੂੰ 40-50%, 70%, 80% ਇੰਪਰੂਵਮੈਂਟ ਆਇਆ ਤੇ ਉਹਨਾਂ ਨੂੰ ਲੱਗਦਾ ਹੈ ਕਿ ਅਗਰ ਸਿਰਫ 10 ਕਲਾਸਾਂ 'ਚ ਘਰੇ ਬੈਠ ਕੇ ਸਾਨੂੰ ਇੰਨੇ ਘੱਟ ਖਰਚੇ 'ਚ ਇੰਨਾ ਫਾਇਦਾ ਆ ਗਿਆ, ਉਹ ਸਾਡੇ ਨਾਲ ਅੱਗੇ ਚੱਲਣਾ ਚਾਹੁੰਦੇ ਜਾਂ ਅੱਗੇ ਟ੍ਰੀਟਮੈਂਟ ਲੈਣਾ ਚਾਹੁੰਦੇ ਤਾਂ ਲੈ ਸਕਦੇ ਆ। ਸਾਡੇ ਤਰਫੋਂ ਕੋਈ ਬਾਊਂਡੇਸ਼ਨ ਨਹੀਂ ਹੁੰਦੀ ਗੀ, ਠੀਕ ਹੈ। ਲੇਕਿਨ ਆਪਾਂ ਨੂੰ ਇੱਕ ਚੀਜ਼ ਸਮਝਣੀ ਪਊਗੀ ਕਿ ਇਹ ਨਾ ਬਿਮਾਰੀਆਂ, ਜਿਹੜੇ ਮਾਨਸਿਕ ਬਿਮਾਰੀਆਂ, ਅਸੀਂ ਹੈਲਪ ਕਰਨ ਵਾਸਤੇ ਚੀਜ਼ਾਂ ਕਰ ਰਹੇ ਹਾਂ ਸਾਰੀਆਂ। ਔਰ ਇਹ ਵੀ ਸੱਚਾਈ ਹੈ ਕਿ ਬਿਮਾਰੀਆਂ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀਆਂ। ਇੱਕੋ ਹੀ ਕੋਰਸ ਨਾਲ 100% ਲੋਕਾਂ ਦੀ 100% ਬਿਮਾਰੀਆਂ ਠੀਕ ਕਰਨੀਆਂ ਆਸਾਨ ਨਹੀਂ ਹੈ। ਲੇਕਿਨ ਇਹ ਵੀ ਸੱਚ ਹੈ ਕਿ ਇਸ ਕੋਰਸ ਨਾਲ ਹਜ਼ਾਰਾਂ ਲੋਕਾਂ ਨੂੰ ਅੱਜ ਤੱਕ ਫਾਇਦਾ ਹੋਇਆ। ਤਾਂ ਇਸ ਕਰਕੇ ਅਸੀਂ ਦੋਨੋਂ ਆਪਸ਼ਨ ਰੱਖਦੇ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਫਾਇਦਾ ਨਹੀਂ ਹੋ ਰਿਹਾ ਤਾਂ ਤੁਸੀਂ ਅੱਧਾ ਕੋਰਸ ਲੈਣ ਤੋਂ ਬਾਅਦ ਆਪਣੀ ਪੇਮੈਂਟ ਵਾਪਸ ਲੈ ਲਓ। ਔਰ ਜੇ ਤੁਹਾਨੂੰ ਲੱਗਦਾ ਫਾਇਦਾ ਹੋ ਰਿਹਾ ਤਾਂ ਆਪਦਾ ਕੋਰਸ ਪੂਰਾ ਕਰ ਲਓ। ਜੇ ਸਾਡੇ ਕੋਰਸ ਤੋਂ ਬਾਅਦ ਤੁਹਾਨੂੰ 50% 70% ਫਾਇਦਾ ਹੋ ਗਿਆ, ਤੁਹਾਨੂੰ ਲੱਗਦਾ ਯਾਰ ਅਸੀਂ ਸਾਰੇ ਕਿਤੇ ਲੱਖਾਂ ਰੁਪਏ ਲਾਤਾ ਤੇ ਸਾਨੂੰ ਫਾਇਦਾ ਨਹੀਂ ਹੋਇਆ, ਚਲੋ ਇੱਥੇ 1000 ਰੁਪਏ ਲਾ ਕੇ, 1500 ਲਾ ਕੇ ਜਾਂ 700 ਰੁਪਏ ਲਾ ਕੇ ਜੋ ਵੀ ਫਾਇਦਾ ਹੋਇਆ ਵੀ ਅੱਗੇ ਅਸੀਂ ਜੁੜ ਸਕਦੇ ਹਾਂ, ਅੱਗੇ ਇਲਾਜ ਲੈ ਸਕਦੇ ਹਾਂ, ਤਾਂ ਉਹ ਕੰਟੀਨਿਊ ਵੀ ਕਰ ਸਕਦੇ ਆ। ਅਤੇ ਇਹਦੇ 'ਚ ਦੋਨੋਂ ਚੀਜ਼ਾਂ ਰਹਿੰਦੀਆਂ। ਸਾਡੇ ਕੋਰਸ ਨਾਲ ਵੀ ਠੀਕ ਹੁੰਦਾ ਬੰਦਾ, ਔਰ ਕੁਛ ਕੇਸ ਇਹੋ ਜਿਹੇ ਹੁੰਦੇ, ਸਪੈਸ਼ਲੀ ਕੇਸ ਹੁੰਦੇ, ਸਾਰੇ ਮੈਂ ਨਹੀਂ ਕਹੂੰਗਾ, ਕੋਈ 10-20% ਇਹੋ ਜਿਹੇ ਕੇਸ ਹੁੰਦੇ ਜਿਨ੍ਹਾਂ ਵਿੱਚ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਨਾਲ। ਅਗਰ ਸਾਨੂੰ ਲੱਗਦਾ ਕੋਈ ਪੇਸ਼ੈਂਟ ਕਹਿੰਦਾ ਸਰ ਸਾਨੂੰ ਫਾਇਦਾ ਤਾਂ ਹੋ ਰਿਹਾ ਲੇਕਿਨ ਅਸੀਂ ਠੀਕ ਨਹੀਂ ਹੋ ਰਹੇ, ਤਾਂ ਉਸ ਕੇਸ ਦੇ ਵਿੱਚ ਦਵਾਈਆਂ ਵੀ ਦੇਣੀ ਪੈ ਸਕਦੀਆਂ, ਦਵਾਈਆਂ ਲੰਬੇ ਟਾਈਮ ਤੱਕ ਵੀ ਖਾਣੀਆਂ ਪੈ ਸਕਦੀਆਂ। ਕੁਛ ਲੋਕ ਇਹੋ ਜਿਹੇ ਹੁੰਦੇ ਜਿਹੜੇ ਪਹਿਲੇ 10-15 ਦਿਨਾਂ 'ਚ ਦਵਾਈਆਂ ਵੀ ਬੰਦ ਕਰ ਦਿੰਦੇ ਹੈ। ਅਤੇ ਆਪਾਂ ਨਾ ਇੱਕ ਲਾਈਨ 'ਚ ਗਰੰਟੀ ਨਹੀਂ ਕਰ ਸਕਦੇ ਕਿ 100% ਲੋਕ ਸਾਰੇ ਠੀਕ ਹੋ ਜਾਣਗੇ, ਲੇਕਿਨ ਇਹ ਪੱਕਾ ਹੈ ਕਿ ਇਸ ਕੋਰਸ ਦਾ ਫ਼ਰਕ ਹਰ ਬੰਦੇ ਨੂੰ ਮਿਲ ਰਿਹਾ ਹੈ। ਭਾਜੀ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੁਹਾਨੂੰ ਤਾਂ ਕਿੱਦਾਂ, ਕੋਈ ਨੰਬਰ ਦੱਸ ਦਿਓ ਆਪਣਾ। ਦੇਖੋ ਜੇ ਕਿਸੇ ਨੇ ਕੰਟੈਕਟ ਕਰਨਾ ਹੈ ਤਾਂ ਅਗਰ ਕਾਲਸ ਕਰਨਗੇ ਤਾਂ ਆਲਰੇਡੀ ਕਾਲਸ ਬਹੁਤ ਜ਼ਿਆਦਾ ਆਉਂਦੀਆਂ, ਮੈਂ ਨੋਰਮਲੀ ਫ਼ੋਨ ਨਹੀਂ ਅਸੀਂ ਚੱਕ ਪਾਉਂਦੇ, ਲੇਕਿਨ ਮੈਂ ਆਪਣਾ ਸਟਾਫ ਬਿਠਾ ਰੱਖਿਆ ਹੈ। ਅਗਰ ਤੁਸੀਂ ਕਾਲ ਉਹਦੇ 'ਤੇ ਵਟਸਐਪ ਕਰਦੇ ਹੋ ਤਾਂ ਤੁਹਾਨੂੰ ਬੈਕ ਕਾਲ ਜ਼ਰੂਰ ਆ ਜਾਂਦੀ ਹੈ। ਅਤੇ ਨੰਬਰ ਮੈਂ ਦੱਸ ਦਿੰਦਾ, ਤੁਸੀਂ ਆਪਦਾ ਦਿਖਾ ਸਕਦੇ ਹੋ। ਅਗਰ ਆਪਦੇ ਪ੍ਰਸ਼ੰਸਕਾਂ ਨੂੰ ਚਾਹੁੰਦੇ ਹੋ, ਦਿਖਾਉਣਾ ਚਾਹੁੰਦੇ ਹੋ, ਵਿਊਅਰਸ ਹੈ ਜਿਹੜੇ ਤੁਹਾਡੇ ਦੇਖਦੇ ਆ ਉਹਨਾਂ ਨੂੰ ਦਿਖਾਉਣਾ ਚਾਹੁੰਦੇ ਹੋ, 8182000123 ਨੰਬਰ। ਅਗਰ ਯਾਦ ਕਰਨ ਵਾਸਤੇ ਸਿੰਪਲ ਜਿਵੇਂ ਬੋਲਦੇ ਹਾਂ ਆਪਾਂ, 8182000123, ਠੀਕ ਹੈ। ਇਸ ਨੰਬਰ ਦੇ ਉੱਤੇ ਸਿਰਫ ਵਟਸਐਪ ਕਰਨਗੇ ਤਾਂ ਉਹਨਾਂ ਨੂੰ ਜ਼ਿਆਦਾ ਵਧੀਆ ਮਿਲੂਗਾ। ਅਗਰ ਉਹ ਕਾਲਸ ਕਰਨਗੇ ਤਾਂ ਉਹਨਾਂ ਨੂੰ ਦਿੱਕਤ ਆਊਗੀ, ਉਹਨਾਂ ਨੂੰ, ਕਿਉਂਕਿ ਹਰ ਬੰਦੇ ਦਾ ਕਾਲ ਅਟੈਂਡ ਨਹੀਂ ਕੀਤਾ ਜਾ ਸਕਦਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਦੇ ਲਈ, ਅਤੇ ਲੋਕਾਂ ਨੂੰ ਵੀ ਦੱਸਣ ਲਈ ਕਿ ਕਿੰਨਾ ਕੁ ਸੱਚਾਈ ਹੈ। ਜਿਹੜਾ ਮੁਸਕਰਾਤਾ ਭਾਰਤ ਹੈ, ਆਪਾਂ ਪੇਜ ਦੇਖਦੇ ਹਾਂ ਇੰਸਟਾਗ੍ਰਾਮ, ਫੇਸਬੁੱਕ ਦੇ ਉੱਤੇ, ਕਿੰਨੀ ਕੁ ਸੱਚਾਈ ਹੈ ਉਹਦੇ ਵਿੱਚ। ਤੁਸੀਂ ਖੁਦ ਵੀ ਕਾਲ ਕਰਕੇ ਇਹਨਾਂ ਦੇ ਨਾਲ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ। ਆਨਲਾਈਨ ਕਲਾਸਿਸ ਲੈਣੀਆਂ ਜੇਕਰ ਤਾਂ ਵੀ ਤੁਸੀਂ ਇਹਨਾਂ ਨੂੰ WhatsApp ਕਰ ਸਕਦੇ ਹੋ। ਸਾਰੀ ਡਿਟੇਲਸ ਕੀ ਤੁਹਾਡੀ ਪ੍ਰੋਬਲਮਸ ਨੇ ਉਹਦੇ ਅਕੋਰਡਿੰਗ ਕਿੰਨੀ ਫੀਸ ਹੈ, ਘੱਟ ਤੋਂ ਘੱਟ ਫੀਸ ਦੇ ਵਿੱਚ ਇਲਾਜ ਕਰਕੇ ਦਿੱਤਾ ਜਾਂਦਾ ਅਤੇ ਘੱਟ ਸਮੇਂ ਦੇ ਵਿੱਚ। ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਘੱਟ ਸਮੇਂ ਦੇ ਵਿੱਚ। ਸੋ ਜੇਕਰ ਤੁਸੀਂ ਵੀ ਡਿਪਰੈਸ਼ਨ, ਐਂਗਜ਼ਾਇਟੀ ਵਗੈਰਾ ਦੀ ਚੀਜ਼ਾਂ ਫੇਸ ਕਰ ਰਹੇ ਹੋ ਤਾਂ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਕਰੋ। ਅਤੇ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਉਦੋਂ ਤੱਕ ਬਣੇ ਰਹੋ ਸਾਡੇ ਚੈਨਲ ਦੇ ਨਾਲ, ਅਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ।